हेलो। नैयर मैम शुरू करिए। Just yes, ma'am. Yes. गुड मॉर्निंग टू ऑल। मैं आपकी गवर्नमेंट आईटी पंकज मोहाली का डिपार्टमेंट ऑफ टेक्निकल एजुकेशन एंड इंडस्ट्री ट्रेनिंग पंजाब में रिप्रेजेंट कर रही हूँ। नीमी चैनल पे आने वाले सारे ही विद्यार्थियों का और मेरे टीचर साहबान का बहुत बहुत स्वागत है। मैं आज अपना लेक्चर लेके आई हाँ। टीचर ट्रेनिंग में बिलोंग करता है ज़्यादा है लेक्चर मेरा। और ST SOT FD MD ट्रेडा नाल भी रिलेटेड है, क्योंकि इन्होंने बच्चों ने ही अगे जाके अच्छे भविष्य के अच्छे इंस्ट्रक्टर बनना है। ये उन्होंने बच्चों लिए भी वधिया ही रहेगा ये लेक्चर मेरा। मैं अपनी आईटीज़ बारे कुछ दसना चाहूँगी। थानू जिवें पता है कि गौरमेंट आईटी पंचफेस मोहाली नियर चंडीगढ़ है तो इत्थे कुछ कोर्सेज रन होंदे ने। जिस तरह कि तुसीं पिक्चर्स देख रहे हो, ये साडा क्लैरिकल या प्रिंसीपल्स रूम वाला ब्लॉक है। दिस पिक्चर्स आर शोइंग प्रैक्टिकल्स लैब्स हैं, साडे क्लासरूम्स हैं। ते इत्थे साडे कोल टेनिस का भी ग्राउंड है। कुछ ट्रेडा रन होंदियां ने, जिवें सिविल टैक्नोलॉजी कोपा, सरफेस ऑर्नामेंट और सेक्रेटरियल प्रैक्टिस इंग्लिश यानी स्टैनोग्राफी जिसको कहते हैं, ड्राफ्ट्समैन सिविल पंजाबी स्टैनो तो जाणू होगे तुसीं सारे जने। ड्राफ्ट्समैन मैकेनिकल इलैक्ट्रॉनिक मैकेनिकल CTSM एंड बेसिक कस्टमोलॉजी इलैक्ट्रॉनिक मैकेनिक कंप्यूटर हार्डवेयर एंड नेटवर्क मेंटेनेंस। और कुछ शॉर्ट टर्म कोर्सेज होंगे हैं जो हाईटैक नाल रिलेटेड है। साडे वो कोर्सेज उसदे विच इंडस्ट्री ऑटोमोबाइलेशनस है तो बीटेक किए हुए बच्चों ने शॉर्ट टर्म कोर्सेज करवाए हैं। और CNC साडे कोर्सेज हैं, ये शॉर्ट टर्म कोर्सेज हैं, ये भी रन होंगे हैं। तुहानूं जान के खुशी होएगी कि ITI मोहाली दे विच शॉर्ट टर्म कोर्सेज होर भी रन किए जा रहे इस सैशन तो वो भी चलणगे। वो घंटिਆਂ ਦੇ हिसाब ਦੇ ਨਾਲ कोर्सेज हैगे ने। ਤੇ ਤੁਹਾਨੂੰ ਜਾਣ ਕੇ ਵੀ ਖੁਸ਼ੀ ਹੋਏਗੀ ਕਿ DST ਸਾਡਾ ਡਿਊਲ ਟ੍ਰੇਨਿੰਗ ਸਿਸਟਮ ਦੇ ਸਾਰੇ ਹੀ ਸਾਡੀ ਡੇਟਾ ਸਾਈਨਡ ਹੋ ਰਹੀਆਂ ਨੇ। ਤੇ ਪਿਛਲੇ ਹੀ ਦਿਨਾਂ ਪੰਜਾਬ ਦੀ ਪਹਿਲੀ ਸਿਵਲ ਟੈਕਨੋਲੋਜੀ ਦੀ ਟ੍ਰੇਡ DST ਦਾ ਨਾਲ MOU ਹੋਇਆ ਹੈ ਉਸ ਸਕੀਮ ਦੇ ਰਿਗਾਰਡਿੰਗ। ਮਿਸ਼ਨ ਫਤਿਹ ਨੂੰ ਲੈ ਕੇ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਮਿਸ਼ਨ ਫਤਿਹ ਨੂੰ ਕਰੋਨਾ ਤੋਂ ਫਤਿਹ ਪਾਣੀ ਹੈ, ਇਸ ਲਈ ਤੁਸੀਂ ਸਾਰੇ ਹੀ ਕੋਆਰਡੀਨੇਸ਼ਨ ਕਰ ਰਹੇ ਹੋ। ਹੁਣ ਤਾਂ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ। ਤੁਹਾਡਾ ਬਹੁਤ ਭਰਵਾਂ ਹੁੰਗਾਰਾ ਸਾਡੇ ਦੇਸ਼ ਨੂੰ, ਸਾਡੇ ਪ੍ਰਦੇਸ਼ ਨੂੰ ਬਚਾ ਕੇ ਰੱਖੇਗਾ। ਮੈਨੂੰ ਪਤਾ ਹੈ ਕਿ ਬੱਚਿਆਂ ਨੇ ਕੋਵਾ ਐਪ ਡਾਊਨਲੋਡ ਕਰ ਲਈ ਹੋਣੀ ਹੈ ਆਪਣੇ ਮੋਬਾਈਲ ਦੇ ਵਿੱਚ, ਉਹਦੇ ਲਈ ਧੰਨਵਾਦ। ਤੇ ਸਾਰੇ ਆਪਣੇ ਘਰ ਰਹਿਣ, ਤੁਹਾਡੇ ਘਰ ਰਹਿਣ ਦੇ ਨਾਲ ਹੀ ਸਾਰੀਆਂ ਇਹ ਜੋ ਨਿਯਮਿਤ ਤੇ ਆਨਲਾਈਨ ਕਲਾਸਿਸ ਚੱਲ ਰਹੀਆਂ ਨੇ। ਸਾਡੇ ਡਿਪਾਰਟਮੈਂਟ ਨੇ ਇੰਨਾ ਅੱਛਾ ਸਾਨੂੰ ਪਲੇਟਫਾਰਮ ਪ੍ਰੋਵਾਈਡ ਕਰਵਾਇਆ ਤਾਂ ਕਿ ਬੱਚਿਆਂ ਦੀ ਸਟੱਡੀ ਦੇ ਵਿੱਚ ਕੋਈ ਖਰਚ ਨਾ ਹੋਵੇ। ਬੱਚਿਆਂ ਦੀ ਸਟੱਡੀ ਨੂੰ ਹੀ ਮੁੱਖ ਰੱਖਿਆ ਜਾ ਰਿਹਾ ਹੈ ਇੱਥੇ, ਕਿਉਂਕਿ ਜੋ ਅਸੀਂ ਕਰ ਰਹੇ ਹਾਂ ਸਾਡੇ ਟੀਚਰ ਸਾਹਿਬਾਨ ਨਿਯਮਿਤ ਤੇ ਕਰ ਰਹੇ ਨੇ, ਚਾਹੇ ਉਹ ਆਪਣੀ ਕਲਾਸਿਸ ਦੇ ਰਹੇ ਨੇ, ਉਹ ਆਪਣਾ ਪੂਰੇ ਐਫਰਟਸ ਲਗਾ ਰਹੇ ਨੇ। 110% ਉਹਨਾਂ ਦਾ ਯੋਗਦਾਨ ਹੈ। ਡਿਪਾਰਟਮੈਂਟ ਦਾ ਬਹੁਤ ਵੱਡਾ ਯੋਗਦਾਨ ਹੈ, ਜਿਨ੍ਹਾਂ ਨੇ ਇਹ ਸੇਧ ਦਿੱਤੀ ਹੈ ਸਾਨੂੰ। ਮਿਸਟਰ ਵਿਜੇਂਦਰ ਧਵਨ ਜੀ ਦਾ ਬਹੁਤ ਯੋਗਦਾਨ ਹੈ ਔਰ ਆਈਟੋ ਲਾਲੜੂ ਦੇ ਹਰ ਇੱਕ ਆਫਿਸਰ ਸਾਹਿਬਾਨ ਦਾ ਬਹੁਤ ਹੀ ਯੋਗਦਾਨ ਹੈ ਇਸ ਵਿੱਚ। ਮੇਰਾ ਅੱਜ ਦਾ ਟੌਪਿਕ ਹੈ ਸੇਜਸ ਆਫ ਇੰਸਟ੍ਰਕਟਰ ਐਂਡ ਟੀਚਿੰਗ। यानी कि तुसीं जदों बच्चों पढ़ाते हो कि तुसीं बच्चों इंस्ट्रक्टर्स हो, ਜਿਹੜੇ ਵਿਦਿਆਰਥੀਗਣ TTC ਦੀ ਕਲਾਸ ਨਹੀਂ ਹੈ ਉਹਨਾਂ ਲਈ ਵੀ ਇਹ ਲੈਕਚਰ ਹੈ, ਕਿਉਂਕਿ ਕਲਾਸ ਹਰ ਇੱਕ ਦੀ ਹੈ। ਹਰ ਇੱਕ ਬੱਚੇ ਨੂੰ ਉਸ ਗੱਲਾਂ ਦਾ ਪਤਾ ਹੋਣਾ ਚਾਹੀਦਾ ਹੈ ਵਿਦਿਆਰਥੀ ਨੂੰ ਕਿ ਉਹ ਕਿਸ ਤਰ੍ਹਾਂ ਕਲਾਸ ਵਿੱਚ ਉਸਨੇ ਜੁਆਇਨ ਕਰਨਾ, ਉਸਦਾ ਰਿਐਕਟ ਕੀ ਹੋਏਗਾ, टीचर्स की की अथॉरिटीज़ है, टीचर्स की
ਤਰ੍ਹਾਂ ਕਿਸ ਲੈਵਲ ਪੜ੍ਹਾਉਂਦੇ ਨੇ, ਜੋ ਸਾਡੇ ਇੰਸਟ੍ਰਕਟਰ ਕੌਣ ਹੈ। ਜਦੋਂ ਅਸੀਂ ਟੀਚਰਸ ਦੀ ਗੱਲ ਕਰਦੇ ਹਾਂ ਤਾਂ ਸਾਡੇ ਮਾਈਂਡ ਦੇ ਵਿੱਚ ਇੱਕ ਵਾਰ ਆਉਂਦਾ ਹੈ ਕਿ ਟੀਚਰ ਉਹ ਨੇ ਜਿਹੜੇ ਪਹਿਲੀ ਕਲਾਸ ਤੋਂ ਲੈ ਕੇ +2 ਤੱਕ ਹੀ ਪੜ੍ਹਾਉਂਦੇ ਨੇ। ਉਹ ਟੀਚਰਸ ਸਾਰੇ ਹੀ ਹੁੰਦੇ ਨੇ, ਔਰ ਕਿਉਂਕਿ ਜੋ ਤੁਹਾਨੂੰ ਸਿਖਾਉਂਦਾ ਹੈ, ਇੱਕ ਮਾਂ ਵੀ ਤੁਹਾਡੀ ਟੀਚਰ ਹੁੰਦੀ ਹੈ ਘਰ ਦੇ ਵਿੱਚ। ਜੋ ਤੁਹਾਨੂੰ ਪਹਿਲਾ ਟੀਚਰ ਇੱਕ ਹੁੰਦੀ ਹੈ, ਉਹ ਮਾਂ ਹੀ ਹੁੰਦੀ ਹੈ, ਜੋ ਬੱਚੇ ਨੂੰ ਸਭ ਕੁਝ ਸਿਖਾਉਂਦੀ ਹੈ, ਜ਼ਿੰਦਗੀ 'ਚ ਲਿਆਉਣ ਤੋਂ ਲੈ ਕੇ ਉਹਨੂੰ ਜੀਉਣ ਤੱਕ ਦੀ ਸਾਰੀ ਕਲਾ ਮਾਂ ਸਿਖਾਉਂਦੀ ਹੈ, ਉਹ ਵੀ ਇੱਕ ਟੀਚਰ ਹੈ। ਲੇਕਿਨ ਇੱਥੇ ਅਸੀਂ ਗੱਲ ਕਰ ਰਹੇ ਹਾਂ ਇੰਸਟ੍ਰਕਟਰਸ ਪਬਲਿਕ ਟੀਚਰਸ ਦੀ, ਕਿਉਂਕਿ ਜਦੋਂ ਅਸੀਂ ITA ਦੇ ਵਿੱਚ ਕੋਰਸ ਕਰਦੇ ਹਾਂ, ਕਿਉਂਕਿ ਜੋ TTC ਹੈ ਇਹ ਕੋਰਸ ਪੈਰਲਲ ਟੂ B.Ed ਦੇ ਹੈ। ਜਿਸ ਤਰ੍ਹਾਂ B.Ed ਦੇ ਵਿੱਚ ਕਰਵਾਇਆ ਜਾਂਦੇ ਕੋਰਸਿਸ, ਸੇਮ ਹੀ ਉਸੇ ਤਰ੍ਹਾਂ ਦਾ ਹੀ ਇਹ ਕੋਰਸ ਹੈ। ਇਸ ਦੇ ਨਾਲ ਕਰਨ ਦੇ ਨਾਲ ਹੀ ਇੰਸਟ੍ਰਕਟਰ ਸਹਿਬਾਨ ਸਾਰੇ ਬਣ ਜਾਂਦੇ ਨੇ, ਤੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਹੁਣ ਇੰਸਟ੍ਰਕਟਰਸ ਹੋ ਤਾਂ ਤੁਸੀਂ ਹੁਣ ਅੱਛੇ ਸੀ, ਕਿਉਂਕਿ ਅਸੀਂ ਉਹਨਾਂ ਨੂੰ ਜੋ ਕੁਆਲਿਟੀਜ਼ ਅਸੀਂ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਉਹ ਅੱਛੇ ਇੰਸਟ੍ਰਕਟਰਸ ਬਣ ਸਕਣ। ਮੈਂ ਇੱਥੇ ਕੁਝ ਡੈਫੀਨੇਸ਼ਨਸ ਦਿੱਤੀਆਂ ਨੇ ਤੁਹਾਨੂੰ। ਡੈਫੀਨੇਸ਼ਨ ਹੈ the art of assisting another to learning, provided of information of the provided institutions and the condition and the activates designs to facilitate learning। ਮੈਂ ਤੁਹਾਡੇ ਇਸ ਚੈਪਟਰ ਦੇ ਨਾਲ ਪੰਜਾਬੀ ਦੇ ਵਿੱਚ ਵੀ ਹੀ ਕੀਤਾ ਹੈ, ਤੁਸੀਂ ਇੰਗਲਿਸ਼ ਦੇ ਵੀ ਸਕਰੀਨਸ਼ਾਟ ਲੈ ਸਕਦੇ ਹੋ ਔਰ ਨਾਲ ਪੰਜਾਬੀ ਦੇ ਵੀ ਲੈ ਸਕਦੇ ਹੋ। ਡੈਫੀਨੇਸ਼ਨ ਹੈ the process by which one person help other achieve acknowledge skill and the aptitude। यानी कि ਇਹਦੇ ਮਤਲਬ ਇਹ ਹੈ ਕਿ ਜਦੋਂ ਇੱਕ ਪਰਸਨ ਤੋਂ ਤੁਸੀਂ ਹੈਲਪ ਲੈ ਕੇ ਉਹਦੀ ਨੌਲੇਜ, ਉਹਦਾ ਸਕਿੱਲ, ਉਹਦੇ ਪੜ੍ਹਾਉਣ ਦੀ ਕਲਾ ਜਦੋਂ ਤੁਸੀਂ ਸਿੱਖਦੇ ਹੋ, ਉਹਦਾ ਮਤਲਬ ਕੀ ਹੈ, ਤੁਸੀਂ ਇੰਸਟ੍ਰਕਟਰ ਹੋ ਜਾਂ ਟੀਚਰ। ਅਕੋਰਡਿੰਗ ਟੂ ਜੌਨਸ ਬੀ ਹਗਸ ਨੇ ਕਿਹਾ ਹੈ ਟੀਚਰਸ is an activity with the 4 phases। एक करिकुलम प्लानिंग फेसिस फर्स्ट है। दूसरा क्योंकि टीचिंग्स ਨੂੰ ਉਹਨਾਂ ਨੇ 4 ਭਾਗਾਂ ਦੇ ਵਿੱਚ ਵੰਡ ਦਿੱਤਾ ਹੈ ਜੌਨ ਬੀ ਹਗਸ ਨੇ, ਠੀਕ ਹੈ। ਤੇ ਉਹ ਕੈਰੀਕੁਲਮ ਪਲੈਨਿੰਗ ਫੇਸਿਸ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਪਾਠਕ੍ਰਮ ਪੜ੍ਹਾਓਗੇ, ਕਿਸ ਤਰ੍ਹਾਂ ਦਾ ਪਾਠਕ੍ਰਮ ਤੁਹਾਡਾ ਹੋਣਾ ਚਾਹੀਦਾ ਹੈਗਾ। ਤੇ ਉਹ ਇੰਸਟ੍ਰਕਟਿੰਗ ਫੇਸਿਸ ਹੈ ਕਿ ਤੁਸੀਂ ਕਿਸ ਤਰ੍ਹਾਂ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿਓਗੇ। ਮੈਜ਼ਰਿੰਗ ਫੇਸਿਸ ਹੈ ਐਂਡ ਐਵੈਲੂਏਟ ਫੇਸਿਸ ਹੈ, ਕਿਉਂਕਿ ਤੁਹਾਨੂੰ ਸਾਰੇ ਫੇਸਿਸ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਵੇਂ ਉਹਨਾਂ ਨੂੰ ਮੈਜ਼ਰ ਕਰਦੇ ਹੋ ਬੱਚਿਆਂ ਨੂੰ, ਕਿ ਉਹਨਾਂ ਦੇ ਨੰਬਰ ਵੀ ਲਗਾਉਣੇ ਹੁੰਦੇ ਆ ਜਦੋਂ ਅਸੀਂ ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਕਰਦੇ ਹਾਂ, ਪਾਠਕ੍ਰਮ ਕਰਦੇ ਹਾਂ। ਤੇ ਇਹਦਾ ਹੀ ਪੰਜਾਬੀ ਰੂਪਾਂਤਰ ਹੈ। ਮੈਂ ਇੱਥੇ ਦੇਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਜੌਨ ਬੀ ਹਗਸ ਨੇ ਉਹਨਾਂ ਨੂੰ 4 ਫੇਸਿਸ ਵਿੱਚ ਵੰਡਿਆ ਹੈ। ਜਿਸ ਤਰ੍ਹਾਂ ਨਿਪੁੰਨਤਾ, ਤੁਸੀਂ ਕੈਰੀਕੁਲਮਸ ਕਿਸ ਤਰ੍ਹਾਂ ਦੀ ਤੁਹਾਡੀ ਪੜ੍ਹਾਉਣ ਦੀ ਸ਼ਮਤਾ ਹੈ, ਕਿਸ ਤਰ੍ਹਾਂ ਤੁਸੀਂ ਪੜ੍ਹਾਉਂਦੇ ਹੋ। ਕਿਉਂਕਿ ਜਦੋਂ ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਹਾਂ ਤੁਸੀਂ ਆਏ ਕਲਾਸ 'ਚ ਬੈਠ ਗਏ, ਸਾਡੇ ਕੋਲ ਹਮੇਸ਼ਾ ਇੱਕ ਟੌਪਿਕ ਹੁੰਦਾ ਹੈ ਕਿ ਅਸੀਂ ਕਲਾਸ ਦੇ ਵਿੱਚ ਕਿਵੇਂ ਜਾਣਾ ਹੈ, ਕਿਵੇਂ ਕਰਨਾ ਹੈ, ਕਿਵੇਂ ਅਸੀਂ ਉਹਨਾਂ ਨੂੰ ਪੜ੍ਹਾਉਣਾ ਹੈ ਬੱਚਿਆਂ ਨੂੰ। ਸਾਡੀ ਯੋਜਨਾ ਕੀ ਹੋਣੀ ਚਾਹੀਦੀ ਹੈ। ਸਾਡੇ ਹਰ ਇੱਕ ਚੀਜ਼ ਦਾ ਇੱਕ ਸਟ੍ਰੈਟਜੀ ਤਿਆਰ ਹੁੰਦੀ ਹੈ, ਇੱਕ ਮੈਜ਼ਰ ਤਿਆਰ ਹੁੰਦਾ ਹੈ, ਇੱਕ ਪਲੇਟਫਾਰਮ ਤਿਆਰ ਹੁੰਦਾ ਹੈ ਕਿ ਅਸੀਂ ਉਸ ਚੈਨਲ ਤੇ ਚੱਲਣਾ ਹੈ। ਅਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ ਕਿ ਹਾਂਜੀ ਤੁਸੀਂ ਆਹ ਕਿਤਾਬ ਕੱਢੋ, ਇਸ ਤਰ੍ਹਾਂ ਕਰੋ। ਇਸ ਤਰ੍ਹਾਂ ਦੀ ਅਸੀਂ ਕੋਈ ਵੀ ਗੱਲ ਨਹੀਂ ਕਰ ਸਕਦੇ। ਸਾਨੂੰ ਉਸਦੀ ਪਲੈਨਿੰਗ ਕਰਨੀ ਪੈਂਦੀ ਹੈ। ਜੇ ਤੁਸੀਂ ਇੱਕ ਬਾਡੀ ਫਰਾਕ ਦੀ ਲੈਸਨ ਦੇਣਾ ਹੈ ਅੱਜ ਕਲਾਸ ਦੇ ਵਿੱਚ, ਤੁਹਾਨੂੰ ਉਸ ਲੈਸਨ ਬਾਰੇ ਪੂਰੀ ਪਹਿਲੀ ਗੱਲ ਤਾਂ ਜਾਣਕਾਰੀ ਹੋਣੀ ਚਾਹੀਦੀ ਹੈ। ਤੁਸੀਂ ਉਸ ਬਾਰੇ ਡਿਸਪਲੇ ਕਰਨਾ ਚਾਹੀਦਾ ਹੈ, ਜਿਸ ਤਰ੍ਹਾਂ ਕਿ ਅਸੀਂ ਚਾਰਟ ਤੇ ਦਿਖਾ ਸਕਦੇ ਹਾਂ ਬੱਚਿਆਂ ਨੂੰ, ਜਾਂ ਬਲੈਕ ਬੋਰਡ ਤੇ ਡਾਇਗਰਾਮ ਡਰਾ ਕਰ ਸਕਦੇ ਹਾਂ ਕਿ ਬਾਡੀ ਫਰਾਕ ਕੀ ਹੈ। ਬਾਡੀ ਫਰਾਕ ਦਾ ਡਾਇਗਰਾਮ ਡਰਾ ਕਰਤਾ, ਫਿਰ ਉਹਦੇ ਬਾਰੇ ਸਾਰਾ ਕੁਝ ਦੱਸਿਆ, ਫਿਰ ਉਹਦੇ ਕੱਪੜੇ ਕੀ ਯੂਜ਼ ਹੁੰਦੇ ਨੇ, ਕੱਪੜਿਆਂ ਬਾਰੇ ਸਾਰਾ ਕੁਝ ਦੱਸਿਆ। ਇਸ ਤਰ੍ਹਾਂ ਹੀ ਸਾਡੇ ਛੋਟੇ ਛੋਟੇ ਚੈਨਲਸ ਹੈ, ਠੀਕ ਹੈ। ਫਿਰ ਡਰਾਫਟਿੰਗ ਤਾਂ ਉਸ ਤੋਂ ਬਾਅਦ ਆਉਂਦੀ ਹੈ। ਫਿਰ ਉਸ ਤੋਂ ਬਾਅਦ ਅਸੀਂ ਪੇਪਰ ਕਟਿੰਗ ਕਰਦੇ ਹਾਂ, ਪੈਟਰਨ ਕਟਿੰਗ ਕਰਦੇ ਹਾਂ, ਫਿਰ ਅਸੀਂ ਲੇਆਊਟ ਬਾਰੇ ਦੱਸਦੇ ਹਾਂ। ਯਾਨੀ ਚੈਨਲ ਨੇ ਸਾਡੇ ਜਿਹੜੇ ਅਸੀਂ ਉਸਨੂੰ ਅਡਾਪਟ ਕਰਨਾ ਹੈ। ਇਹ ਸਾਡੀ ਪੜਾਅਬੰਦੀ ਹੈ। ਯਾਨੀ ਕਿ ਪਾਠਕ੍ਰਮ ਦੇ ਵਿੱਚ ਜਦੋਂ ਵੀ ਅਸੀਂ ਬੱਚੇ ਨੂੰ ਲੈਸਨ ਦਿੰਦੇ ਹਾਂ ਕਲਾਸ ਦੇ ਵਿੱਚ ਆ ਕੇ, ਉਹ ਪਾਠਕ੍ਰਮ ਹੈ। ਕਈ ਵਾਰ ਬੱਚੇ ਕਲਾਸ 'ਚ ਗੱਲਾਂ ਮਾਰਦੇ ਨੇ ਜਾਂ ਕੁਛ ਕਰਦੇ ਨੇ, ਸਾਨੂੰ ਉਸ ਬਾਰੇ ਸਾਰਾ ਕੁਝ ਪਤਾ ਹੋਣਾ ਚਾਹੀਦਾ ਕਿ ਸਾਡੀ ਅਸੀਂ ਕੀ ਕਰ ਸਕਦੇ ਹਾਂ। ਸਾਨੂੰ ਉਹਦਾ ਮੁਲਾਂਕਣ ਕਰਨਾ ਪਏਗਾ, ਸਾਨੂੰ ਉਸ ਦੀਆਂ ਸਥਿਤੀਆਂ, ਗਤੀਵਿਧੀਆਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਕਿਸ ਤਰ੍ਹਾਂ ਉਸ ਨੂੰ
ਕਰ ਸਕਦੇ ਹਾਂ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਸਾਨੂੰ ਆਪਣੇ ਜੋ ਅਸੀਂ ਵੀ ਲੈਸਨ ਪਲਾਨ ਦੇ ਰਹੇ ਹਾਂ ਜਾਂ ਡਰਾਫਟਿੰਗ ਦੇ ਰਹੇ ਹਾਂ, ਕੁਝ ਵੀ ਦੇ ਰਹੇ ਹਾਂ, ਸਾਨੂੰ ਉਹਦੇ ਬਾਰੇ ਪਤਾ ਹੀ ਨਾ ਹੋਵੇ। ਸਾਨੂੰ ਉਹਦੇ ਬਾਰੇ ਪਹਿਲਾਂ ਹੀ ਵਿਉਂਤਬੰਦੀ ਕਰ ਲੈਣੀ ਚਾਹੀਦੀ ਹੈ। Atomic structure of teaching, 3 variables। ਇਹਦੀਆਂ 3 ਪ੍ਰਕਾਰ ਦੇ ਨੇ ਇਹਦੇ ਵੇਰੀਏਬਲ। Structures of teaching consist of the 3 variables which operate in the process of the teaching and create learning conditions or solutions। Satisfaction ਇਹਦੀ ਸਿਚੁਏਸ਼ਨਸ ਜਦੋਂ ਹੁੰਦੀਆਂ ਨੇ, ਇਹਦੀ 3 ਤਰ੍ਹਾਂ ਦੀਆਂ ਨੇ। 3 ਤਰ੍ਹਾਂ ਦੀਆਂ ਅਸੀਂ ਕਿਸ ਤਰ੍ਹਾਂ ਇਸਨੂੰ ਡਿਫਾਈਨ ਕਰਾਂਗੇ? These are the classified as under teacher is the independent variable। ਜੋ ਟੀਚਰ ਹੈ ਉਹ ਆਪਣਾ ਇੰਡੀਪੈਂਡੈਂਟ ਪੱਖ ਰੱਖੇਗਾ। ਉਸਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਇੰਡੀਪੈਂਡੈਂਟ ਪੱਖ ਕਿਸ ਤਰ੍ਹਾਂ ਰੱਖ ਸਕਦਾ ਹੈ, ਤਾਂ ਇਸ ਲਈ ਉਸਨੂੰ ਪਤਾ ਹੋਣਾ ਚਾਹੀਦਾ ਹੈ ਇਸ ਬਾਰੇ। स्टूडेंट्स आर इंडिपेंडेंट। जो स्टूडेंट्स के भी वेरिएबल्स हैं उसके भी स्टूडेंट्स की भी लिमिट है, उसकी भी ਉਹਦੀ वेरिएशन ਦੇ ਵਿੱਚ ਆਣਾ ਜਾਂ वेरिएबल्स ਖਾਂਦੇ ਆ। ਕੁਝ ਵੀ ਸਥਿਤੀਆਂ ਹੁੰਦੀਆਂ ਨੇ, ਅਸੀਂ ਉਹਨੂੰ ਕੰਡੀਸ਼ਨ ਦੇ ਵਿੱਚ ਅਸੀਂ ਨਿਭਾਉਂਦੇ ਹਾਂ ਤੇ 3 वेरिएबल्स ਹੋਣੀਆਂ ਚਾਹੀਦੀਆਂ ਨੇ। ਸਾਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ। ਜਦੋਂ ਵੀ ਸਾਡੇ ਉਰੇ ਤੁਹਾਨੂੰ ਨਿਮੀ ਚੈਨਲ ਤੇ ਸਿਖਾਉਣ ਦਾ ਮਤਲਬ ਹੁੰਦਾ ਹੈ, ਤੁਹਾਨੂੰ ਪੜਾਇਆ ਗਿਆ ਹੁੰਦਾ ਹੈ, ਤਾਂ उसके बाद ਤੁਸੀਂ ਉਹਦੀ ਸਕਰੀਨਸ਼ਾਟ ਲੈ ਕੇ ਤੁਸੀਂ ਉਸਨੂੰ ਬੁੱਕ ਦੇ ਉੱਤੇ ਨੋਟ ਡਾਊਨ ਕਰ ਲਓ, ਕਿਉਂਕਿ ਤੁਹਾਡੇ ਐਗਜ਼ਾਮ ਹੋਣੇ ਹੈ। ਕਿ ਬੱਚੇ ਕਈ ਕਹਿੰਦੇ ਨੇ ਕਿ ਐਗਜ਼ਾਮ ਨਹੀਂ ਹੋਣੇ, ਇਹ ਜੀ ਕੋਈ ਗੱਲ ਨਹੀਂ ਹੈ। DCNT ਨੇ ਸਤੰਬਰ ਤੱਕ ਦਾ ਟਾਈਮ ਦਿੱਤਾ ਹੋਇਆ ਹੈ। ਇਸ ਤੋਂ ਇਲਾਵਾ ਆਫ ਟੀਚਿੰਗਸ ਬਾਰੇ ਦੱਸਿਆ ਹੈ ਕਿ ਟੀਚਿੰਗਸ ਨੂੰ ਅਸੀਂ ਕਿੰਨੇ ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਟੀਚਿੰਗ ਇੰਡੀਪੈਂਡੈਂਟ ਵੇਰੀਏਬਲਸ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਹੈ ਕਿ ਅਸੀਂ ਉਸਨੂੰ 3 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਕੰਟੈਂਟ ਐਂਡ ਦਾ ਮੈਥਡ ਆਫ ਦਾ ਇੰਟਰਵੀਵਿੰਗ ਦ ਵੇਰੀਏਬਲਸ। ਠੀਕ ਹੈ, ਸਟੂਡੈਂਟਸ ਡਿਪੈਂਡੈਂਟ ਵੇਰੀਏਬਲਸ। ਇਸ ਤਰ੍ਹਾਂ ਤੁਸੀਂ ਟੀਚਿੰਗਸ ਨੂੰ 3 ਫੇਸਿਸ ਦੇ ਵਿੱਚ ਉਸਨੂੰ ਵੰਡ ਸਕਦੇ ਹੋ, ਕਿਉਂਕਿ ਤੁਹਾਡੇ ਸਟੇਜਿਸ ਹੈ ਇਹ। ਜਦੋਂ ਆਪਾਂ ਸਟੇਜਿਸ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਉਸਨੂੰ ਵੰਡ ਸਕਦੇ ਹਾਂ ਟੀਚਿੰਗ ਨੂੰ। ਕਿਉਂਕਿ ਟੀਚਿੰਗ ਪੜ੍ਹਾਉਣਾ ਇੰਸਟ੍ਰਕਟਰ ਯਾਨੀ ਦਿਸ਼ਾ ਨਿਰਦੇਸ਼ ਦੇਣ ਵਾਲਾ। ਦਿਸ਼ਾ ਨਿਰਦੇਸ਼ ਤੁਸੀਂ ਕਦੋਂ ਦਿੰਦੇ ਹੋ? ਜਦੋਂ ਤੁਸੀਂ ਪ੍ਰੈਕਟੀਕਲ ਵਰਕ ਕਰਦੇ ਹੋ, ਕਿ ਤੁਸੀਂ ਬੱਚੇ ਨੂੰ ਹਰ ਚੈਨਲ ਤੇ ਤੁਸੀਂ ਸਮਝਾਉਣਾ ਹੈ, ਹੁਣ ਤੁਸੀਂ ਆਹ ਕਰਨਾ ਹੈ, ਹੁਣ ਤੁਸੀਂ ਆਹ ਚੈਨਲ ਤੇ ਕਰਨਾ। ਹੁਣ ਤੇ ਜਿਹੜੇ ਬੱਚੇ ਇੰਸਟ੍ਰਕਟਰ ਦੇ ਨਾਲ ਜੁੜਦੇ ਨੇ ਤਾਂ ਉਹ ਬੱਚੇ ਬਹੁਤ ਹੀ ਵਧੀਆ ਆਪਣੀ ਲਾਈਫ 'ਚ ਰਾਈਜ਼ ਕਰ ਜਾਂਦੇ ਨੇ, ਕਿਉਂਕਿ ਉਹਨਾਂ ਨੇ ਇੰਸਟ੍ਰਕਟਰ ਦੇ ਦਿੱਤੇ ਹੋਏ ਦਿਸ਼ਾ ਨਿਰਦੇਸ਼ ਨੂੰ ਫੋਲੋ ਕਰਦੇ ਨੇ। ਔਰ ਕਈ ਬੱਚੇ ਉਸਨੂੰ ਫੋਲੋ ਨਹੀਂ ਕਰਦੇ, ਉਹਨਾਂ ਨੂੰ ਉਸਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਫਾਰਮੈਲਿਟੀ ਸੇ ਹੀ ਉਹ ਆਪਣਾ ਡਿਪਲੋਮਾ ਕੰਪਲੀਟ ਕਰਦੇ ਨੇ ਤੇ ਲਾਈਫ ਦੇ ਵਿੱਚ ਉਹ ਅਗਰੈਸਿਵ ਨਹੀਂ ਹੁੰਦੇ। ਅੱਗੇ ਹੈ ਟੀਚਿੰਗ। ਟੀਚਰਸ ਇਜ਼ ਐਨ ਇੰਡੀਪੈਂਡੈਂਟ ਵੇਰੀਏਬਲ। ਜਿਸ ਤਰ੍ਹਾਂ ਮੈਂ ਟੀਚਿੰਗ ਦੀ ਪਹਿਲੇ ਵੇਰੀਏਬਲਸ ਬਾਰੇ ਕਰੀ, ਉਹਦੀ ਇੱਕ ਹੈ ਪੜਾਵ ਟੀਚਿੰਗ। ਟੀਚਿੰਗ ਦਾ ਟੀਚਰਸ ਪਲਾਨ ਆਫ ਦਾ ਰੋਲ of independent variables, students are dependent on him in the teaching process। जो टीचर का रोल है वो इंडिपेंडेंट वेरिएबल्स ਜਾਂਦਾ ਹੈ, क्योंकि टीचर्स ਨੂੰ पता ਹੁੰਦਾ अपनी क्लास का, वो अपनी क्लास ਦੇ ਹਿਸਾਬ ਦੇ ਨਾਲ ਹੀ ਉਸਨੂੰ करेगा। स्टूडेंट्स जो स्टूडेंट्स ਦੀ वेरिएबल्स है उसਦੇ ਵੀ टीचर्स ਨੂੰ पता ਹੁੰਦਾ है कि मैं ਇਹਦਾ ਜੋ ਡਿਪੈਂਡੈਂਟ ਹੈ ਮੇਰਾ ਸਟੂਡੈਂਟ ਹੈ, ਕਿਸ ਤਰ੍ਹਾਂ ਹੀ ਪੜ੍ਹਦੇ ਆ, ਮੈਂ ਕਲਾਸ ਨੂੰ ਕਿਵੇਂ ਆਰਗੇਨਾਈਜ਼ ਕਰ ਸਕਦੀ ਹਾਂ। ਦ ਟੀਚਰ ਡਜ਼ ਦ ਪਲੈਨਿੰਗ, organize the leading and the controlling of the teaching, bringing about behavior change in students। ਟੀਚਰਸ ਆਪਣੇ ਕਲਾਸ ਨੂੰ ਕਿਵੇਂ ਉਸਨੇ ਆਰਗੇਨਾਈਜ਼ ਕਰਨਾ, ਉਹਦੀ ਪਲੈਨਿੰਗ ਕਿਵੇਂ ਹੋਣੀ ਚਾਹੀਦੀ ਹੈ, ਟੀਚਰ ਕਿਵੇਂ ਕੰਟਰੋਲ ਕਰੇਗਾ। ਕੰਟਰੋਲ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਉਹਦਾ ਪ੍ਰੋਸੈਸ ਕੁਝ ਗਲਤ ਵੇ ਨਾਲ ਹੈ। ਕੰਟਰੋਲ ਕਰਨ ਦਾ ਮਤਲਬ ਹੈ ਕਿ ਟੀਚਰਸ ਇਹ ਨਿਸ਼ਚਿਤ ਕਰੇ ਕਿ ਉਹਦੇ ਬੱਚੇ ਉਹਦੇ ਆਈ ਕੰਟੈਕਟ ਹੈ, ਉਹਦੇ ਨਾਲ ਗੱਲ ਕਰ ਰਹੇ ਨੇ, ਉਹਦੀ ਗੱਲ ਦਾ ਹੁੰਗਾਰਾ ਦੇ ਰਹੇ ਨੇ। ਤੇ ਜਦੋਂ ਤੁਸੀਂ ਪੜ੍ਹ ਵੀ ਰਹੇ ਹੋ, ਤੁਹਾਨੂੰ ਟੀਚਰਸ ਪੁੱਛਦੇ ਨੇ ਹਾਂਜੀ ਬੋਲੋ ਤੁਹਾਨੂੰ ਆਉਂਦਾ ਹੈ ਕੁਝ, ਤਾਂ ਬੱਚੇ ਅਗਰ ਹੁੰਗਾਰਾ ਦਿੰਦੇ ਨੇ ਜਾਂ ਅੱਛੀ ਆਈ ਕੰਟੈਕਟ ਤੁਹਾਡਾ ਅੱਛਾ ਹੈ, ਬੱਚਿਆਂ ਦੀ ਬੋਡੀ ਲੈਂਗੁਏਜ ਤੋਂ ਪਤਾ ਲੱਗ ਜਾਂਦਾ ਕਿ ਬੱਚੇ ਤੁਹਾਡੇ ਟੌਪਿਕ 'ਚ ਇੰਟਰਸਟ ਲੈ ਰਹੇ ਨੇ। ਕਿਉਂਕਿ ਕਈ ਬੱਚੇ ਟਾਈਮ ਪਾਸ ਲਈ ਸੋਚਦੇ ਨੇ ਕਿ ਅਸੀਂ ਕਲਾਸ 'ਚ ਜਾਣਾ ਹੈ, ਬਸ ਟਾਈਮ ਪਾਸ ਕਰਨਾ ਹੈ ਔਰ ਆ ਜਾਣਾ ਹੈ, ਤੇ ਟੀਚਰਸ ਨੂੰ ਵੀ ਪਤਾ ਹੁੰਦਾ ਹੈ।
ਫਿਰ ਟੀਚਰ ਦੇ ਹੱਥ ਵਿੱਚ ਜਿਸ ਤਰ੍ਹਾਂ ਕਹਿੰਦੇ ਨਾ ਬਹੁਤ ਕੁਝ ਹੁੰਦਾ ਹੈ। ਇੱਕ ਅੱਛਾ ਟੀਚਰ ਕਿਸੇ ਬੱਚੇ ਨੂੰ ਮਿਲ ਜਾਵੇ ਤਾਂ ਬੱਚੇ ਦੀ ਲਾਈਫ ਬਣਾ ਦਿੰਦਾ ਹੈ। ਤੇ ਅਗਰ ਬੱਚਾ ਵੀ ਉਹਨਾਂ ਕੈਪੇਬਲ ਹੋਵੇ ਉਸ ਟੀਚਰ ਦੀ ਕਹਿਣਾ ਮੰਨਣ ਦੇ, ਤੇ he is the free of performing various activities and for providing learning experience of students। उसका learning student जो ਹੁੰਦਾ ਹੈ, ਮੈਂ ਪੰਜਾਬੀ ਵਿੱਚ ਕੀਤਾ ਹੈ, ਮੈਂ ਤੁਹਾਨੂੰ ਬਾਰ-ਬਾਰ ਦੱਸ ਰਹੀ ਹਾਂ ਕਿ ਮੈਂ ਪੰਜਾਬੀ ਦੇ ਵਿੱਚ ਉਸਨੂੰ ਟ੍ਰਾਂਸਲੇਟ ਕੀਤਾ ਹੈ। जो बच्चे ट्रांसलेट पंजाबी विच करना चाहते हैं या इंग्लिश और पंजाबी च कंबाइन करना चाहते हैं वो कर सकते हैं, क्योंकि अपने को अदर स्टेट के बच्चे भी होंगे। जिस मैं तुहानू दस्सिया कि अध्यापक की स्वतंत्र परिवर्तन की भूमिका बड़ी योजना बनाता है। विद्यार्थी का अध्यापन का प्रक्रिया उसके उत्ते निर्भर करता है, ये टीचर्स से निर्भर करता है कि तुहानू किवें पढ़ाउणा है तुहानू क्लास विच। क्योंकि जो TTC के स्टूडेंट मेरे नाल जुड़े हुए ने उन्होंने पता है कि उन्होंने भविख के अच्छे इंस्ट्रक्टर्स बनना है। उन्होंने ये क्वालिटी जो POT सब्जैक्ट है ना, ये अच्छे टीचर्स दे विच जो गुण होने चाहिए ने ਉਹਦੇ ਆਧਾਰ ਦੇ ਉੱਤੇ ਹੀ ਪੜਾਇਆ ਜਾਂਦਾ ਹੈ। ਕਈ ਵਾਰ ਆਪਾਂ ਲੱਗਦਾ ਹੈ ਕਿ ਆਪਾਂ ਕਲਾਸ ਦੇ ਵਿੱਚ ਗੁੱਸਾ ਕਰ ਜਾਂਦੇ ਹਾਂ, ਫਿਰ ਨਾਰਮਲ ਹੋ ਜਾਂਦੇ ਹਾਂ, ਹੈ ਨਾ। ਤਾਂ ਟੀਚਰਸ ਦੀ ਕੁਆਲਿਟੀ ਹੁੰਦੀ ਹੈ, ਇਹ ਹੋਣੀ ਚਾਹੀਦੀ ਹੈ ਕਿ ਜਦੋਂ ਤੁਹਾਨੂੰ ਹਰ ਤਰ੍ਹਾਂ ਦੇ ਬੱਚੇ ਮਿਲਦੇ ਨੇ, ਤੁਸੀਂ ਅੱਛੇ ਇੰਸਟ੍ਰਕਟਰਸ ਬਣਨਾ ਹੈ, ਤੁਹਾਨੂੰ ਉਸ ਦੇ ਬਾਰੇ ਪਤਾ ਹੋਣਾ ਚਾਹੀਦਾ। ਤੁਹਾਡਾ ਐਕਸਪੀਰੀਅੰਸ ਇੰਨਾ ਹੋ ਜਾਣਾ ਚਾਹੀਦਾ ਹੈ ਕਿ ਤੁਸੀਂ ਵਿਦਿਆਰਥੀਆਂ ਦੇ ਨਾਲ ਕਿਵੇਂ ਅਟੈਚ ਹੋਣਾ ਹੈ। ਹਰ ਚੀਜ਼ ਦੀ ਇੱਕ ਲਿਮਿਟੇਸ਼ਨਸ ਹੁੰਦੀਆਂ ਨੇ, ਉਸ ਲਿਮਿਟੇਸ਼ਨ ਦੇ ਆਧਾਰ ਦੇ ਉੱਤੇ ਹੀ ਤੁਸੀਂ ਵਿਦਿਆਰਥੀਆਂ ਨੂੰ ਕਿਵੇਂ ਅਟੈਚ ਹੋ ਸਕਦੇ ਹੋ, ਇਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। Content and method of the interweaving of the variables। इस तरह भी ਤੁਹਾਨੂੰ वेरिएबल्स ਦੇ कंटेंट होने चाहिए ने। कंटेंट on the strategy, the presentation and the as interweaving the variables। The interweaving variables lead to interactions between the teachers and students। यानी कि स्टूडेंट्स और बच्चों ਦੇ ਵਿੱਚ इंटरेक्शन होनी चाहिए है। चाहे जिस तरह मैं पहला दस्सिया, चाहे आइज कंटैक्ट ना हो, बॉडी लैंग्वेज ना हो, उससे ਉਹਦੀ बॉडी लैंग्वेज ही दस दिंदी है कि ਉਹਦੇ ਕੋਲ ਇਸ ਕਲਾਸ ਵਿੱਚ ਇੰਟਰਸਟ ले रहा है या नहीं ले रहा, कितने टाइम पास तो नहीं कर रहा। इस तरह ਦੀ ਇਹ शब्द ना बार-बार ਆਣਗੇ ਤੁਹਾਡੇ ਕੋਲ, क्योंकि ਇਹਨਾਂ ਸ਼ਬਦਾਂ ਤੇ ਕਾਫੀ ਜ਼ੋਰ ਦਿੱਤਾ ਗਿਆ ਹੈ। ਜਦੋਂ ਤੁਸੀਂ ਕਲਾਸ ਵਿੱਚ ਪੜ੍ਹਦੇ ਹੋ ਜਾਂ ਪੜ੍ਹਾਉਂਦੇ ਹੋ ਤਾਂ ਤੁਹਾਡੇ ਵਿੱਚ ਇਹ ਕੁਆਲਿਟੀ ਹੋਣੀ ਚਾਹੀਦੀ ਹੈ ਕਿ ਤੁਸੀਂ ਆਪਣੇ ਜੋ ਤੁਹਾਨੂੰ ਲੈਸਨ ਦਿੱਤਾ ਜਾ ਰਿਹਾ, ਜੋ ਟੀਚਰਸ ਹੈ ਉਸ ਦੀ ਗੱਲ ਤੁਸੀਂ ਕਿੰਨੇ ਭਰਵੇਂ ਹੁੰਗਾਰੇ ਨਾਲ ਸੁਣਨੀ ਹੈ। The content determines the mode of the presentation, telling, showing and the doing etc। ਇਸ ਤਰ੍ਹਾਂ ਤੁਹਾਨੂੰ ਉਸ ਦੇ ਬਾਰੇ ਚੀਜ਼ਾਂ ਬਾਰੇ ਪਤਾ ਹੋਣੀ, ਉਹਦੀ ਜੋ ਰਣਨੀਤੀ ਹੈ, ਦਖਲਅੰਦਾਜ਼ੀ ਹੈ, ਜੋ ਕਲਾਸ ਦੇ ਵਿੱਚ ਕਈ ਵਾਰ ਕਲਾਸ ਲਗਾਉਂਦੇ ਤੁਹਾਨੂੰ ਕਹਿੰਦੇ ਹਾਂਜੀ ਤੁਸੀਂ ਦੱਸੋ ਤੁਹਾਨੂੰ ਕਿੰਨਾ ਸਮਝ ਆਇਆ ਜਾਂ ਤੁਹਾਨੂੰ ਇਹ ਸਮਝ ਆਇਆ ਕਿ ਨਹੀਂ। ਕਈ ਵਾਰ ਟੀਚਰਸ ਸਟੂਡੈਂਟਸ ਨੂੰ ਉਠਾ ਲੈਂਦੇ ਨੇ, ਕਿਉਂਕਿ ਉਹਨਾਂ ਦਾ ਧਿਆਨ ਨਹੀਂ ਹੁੰਦਾ ਤਾਂ ਉਸਨੂੰ ਅਟੈਕਟ ਕਰਨ ਦੇ ਲਈ ਉਹਨਾਂ ਨੂੰ ਕਲਾਸ 'ਚ ਉਠਾ ਲੈਂਦੇ ਨੇ, ਹਾਂਜੀ ਤੁਸੀਂ ਦੱਸੋ ਮੈਂ ਕੀ ਦੱਸਿਆ ਹੁਣੇ। ਇਸ ਤਰ੍ਹਾਂ ਦੀ ਕੁਝ ਗਤੀਵਿਧੀਆਂ ਹੁੰਦੀਆਂ, ਕੁਝ ਤਾਲਮੇਲ ਹੁੰਦਾ ਹੈ ਕਿ ਉਸਨੇ ਆਪਣੀ पढ़ाने वास्ते क्लास च मटीरियल लेके गया है, या उसके कोल टीचर्स के कोल बुक है, इंस्ट्रक्टर कोल बुक है, कुछ है, उसको चार्ट है या उस टॉपिक है, वो टॉपिक बच्चों तक डिलीवर होना चाहिए। ये सब तो वड्डी गल है। पहला डिलीवर होया, फिर बच्चों की अट्रैक्शन होनी चाहिए थोड़े लिए क्लास के विच। क्लास के विच किन्ने बच्चे रोल देंदे ने तुहानू, ठीक है। फिर है अगे स्टूडेंट्स एज इंडिपेंडेंट वेरिएबल्स। स्टूडेंट्स दी इंडिपेंडेंट वेरिएबल्स है कि टीचर्स एक्टिविटीज ऑफ द टीचर इन्फ्लुएंस ऑफ द लर्निंग ऑफ द स्टूडेंट। कि टीचर्स के विच भी तालमेल होना चाहिए स्टूडेंट्स का। इस तरह नहीं होना चाहिए कि स्टूडेंट्स कि टीचर्स अपनी एफर्ट दई जाए, अपनी मेहनत करी जाए और बच्चा अगे रिस्पोंड ना करन, इस तरह की भी कोई गल नहीं होनी चाहिए। तद ही पिछे तुहानू जो स्लाइड आई सी उहदे च कि टीचर्स कंट्रोल का मतलब कोई चीज़ ते उन्होंने कि थोपना नहीं है, कोई बनाना पकड़ना नहीं है कि हाँ असीं एक रस्सी च बन्नता कंट्रोल कर लिया, नहीं। कंट्रोल तुसी कई
ਪਿਆਰ ਨਾਲ ਹੀ ਬੜੇ ਹੋ ਜਾਂਦੇ ਆ ਬੱਚੇ ਕੰਟਰੋਲ। ਕਈ ਬੱਚਿਆਂ ਨੂੰ ਕਈ ਵਾਰ ਕੋਈ ਦਬਕਾ ਵੀ ਦੇਣਾ ਪੈਂਦਾ ਹੈ, ਕਈ ਵਾਰ ਕਦੇ ਕੁਝ ਕਹਿਣਾ ਹੈ ਪੈਂਦਾ ਹੈ ਤਾਂ ਕਿ ਬੱਚੇ ਉਹ ਤੁਹਾਡੇ ਟੌਪਿਕ ਨੂੰ ਧਿਆਨ ਨਾਲ ਸੁਣਨ ਔਰ ਅੱਛੇ ਨੰਬਰਾਂ 'ਚ ਪਾਸ ਹੋਣ। ਇੱਕ ਟੀਚਰ ਦੀ ਸਭ ਤੋਂ ਵੱਡੀ ਖੁਸ਼ੀ ਇਹੀ ਹੁੰਦੀ ਹੈ ਜਦੋਂ ਉਹਦਾ ਬੱਚਾ ਅੱਛੇ ਨੰਬਰਾਂ ਵਿੱਚ ਪਾਸ ਹੁੰਦੇ ਨੇ। The students are required to act according to the planning and the organization of teachers। ठीक है, जो ਉਹਦੇ ਸਟੂਡੈਂਟ ਦੇ ਰਿਕੁਆਇਰਡ ਹੋਣੀ ਚਾਹੀਦੀ ਹੈ ਉਸੇ ਹਿਸਾਬ ਦੇ ਨਾਲ ਤੁਹਾਨੂੰ ਇਹ ਵੱਖਰੇ ਵੱਖਰੇ ਤੌਰ ਤੇ ਵਿਦਿਆਰਥੀਆਂ ਦੇ ਅਧਿਆਪਨ ਦੀ ਵਿਧੀ ਹੋਣੀ ਚਾਹੀਦੀ ਹੈ, ਤੁਹਾਨੂੰ ਪ੍ਰਭਾਵਿਤ ਕਰਦੀਆਂ ਨੇ। ਇਸ ਕਿਸੇ ਬੱਚੇ ਨੂੰ ਕਿਸੇ ਟੀਚਰ ਦਾ ਕੁਝ ਹੋਰ ਤਰੀਕੇ ਨਾਲ ਸਮਝ ਆ ਜਾਂਦਾ, ਉਹੀ ਟੌਪਿਕ ਕਿਸੇ ਹੋਰ ਬੱਚੇ ਨੂੰ ਹੋਰ ਤਰੀਕੇ ਨਾਲ ਸਮਝ ਆ ਜਾਂਦਾ। ਇਹ ਨਹੀਂ ਹੈ ਕਿ ਟੀਚਰਸ ਗਲਤ ਹੁੰਦੇ, ਬੱਚੇ ਨੂੰ ਆਪਣਾ ਲੈਕਚਰ ਡਿਲੀਵਰ ਕਰਨ ਲੱਗੇ ਕਈ ਵਾਰ ਕਈ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈਗਾ। कि बच्चे सुनते ही नहीं है कि हाँ टीचर्स बोल रहे हैं ठीक है यार और को कर दो। मैं ਤੁਹਾਨੂੰ ਕੁਝ ਅੱਗੇ ਵੀ ਦੱਸਾਂਗੀ ਇਹਨਾਂ ਚੀਜ਼ਾਂ ਬਾਰੇ, ਆਖਰ ਤੱਕ ਬਣੇ ਰਹਿਣਾ ਤੇ ਬੱਚਿਆਂ ਨੂੰ ਇਸ ਚੀਜ਼ ਦੀ ਬਾਰੇ ਨੌਲੇਜ ਹੋਣੀ ਚਾਹੀਦੀ ਹੈ। ਫਿਰ ਫੇਸਿਸ ਆਫ ਟੀਚਿੰਗ ਆ ਜਾਂਦੇ ਨੇ ਆਪਣੇ। ਟੀਚਿੰਗ ਇਜ਼ ਦਾ ਕੰਪਲੈਕਸ ਟਾਸਕ for performing this task and the systematically planning is needed। ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਹਰ ਇੱਕ ਜੋ ਫੇਸਿਸ ਹੈ ਨਾ ਸਾਡੇ ਟੀਚਿੰਗ ਦੇ ਪੜ੍ਹਾਉਣ ਦੇ, ਕਿ ਜਦੋਂ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਟੀਚਰਸ ਆਉਂਦਾ ਸੀ, ਅੱਛਾ ਚਲੋ ਬੱਚੇ ਪਹਾੜੇ ਬੋਲ ਦਿੰਦੇ ਸੀ, ਪਲੈਨਿੰਗ ਕੁਝ ਨਹੀਂ ਸੀ ਹੁੰਦੀ, ਠੀਕ ਹੈ ਬੱਚੇ ਵਿਹਲੇ ਬੈਠੇ ਆ ਬੁਲਾ, ਲੇਕਿਨ ਹੁਣ ਪਲੈਨਿੰਗ ਚੱਲਦੀ ਹੈ। ਕਿਉਂਕਿ ਅਗਰ ਅਸੀਂ ਪਲੈਨਿੰਗ ਵਿਦਾਊਟ ਪਲੈਨਿੰਗ ਕੰਮ ਕਰਾਂਗੇ ਨਾ ਬੇਟਾ, ਅਸੀਂ ਕਦੇ ਵੀ ਰਾਈਜ਼ ਨਹੀਂ ਕਰ ਪਾਵਾਂਗੇ, ਚਾਹੇ ਉਹ ਸਾਨੂੰ ਪੜ੍ਹਾਉਣ ਦਾ ਤਰੀਕਾ ਹੋਵੇ, ਚਾਹੇ ਘਰ 'ਚ ਖਾਣਾ ਹੀ ਬਣਾਉਣ ਦਾ ਤਰੀਕਾ ਹੋਵੇ। ਸਾਨੂੰ ਹਰ ਕੰਮ ਪਲੈਨਿੰਗ ਨਾਲ ਹੀ ਚੱਲਣਾ ਪੈਂਦਾ ਹੈ, ਤਦ ਹੀ ਉਹ ਸਕਸੈਸਫੁਲ ਹੁੰਦੇ ਨੇ, ਤਦ ਹੀ ਫਰੂਟਫੁਲ ਜੋ ਉਹਦੇ ਨੇ ਰਿਜ਼ਲਟ ਸਾਡੇ ਸਾਹਮਣੇ ਪੇਸ਼ ਆਉਂਦੇ ਨੇ। Teaching is the to be concerned in term variable step and the different step of the constanting of the process are called the phases of teaching। If we want to obtain complete descriptions of the teaching activities, we must consider that the teacher does before and after his regular teaching in the class। ਕਿ ਉਸਨੂੰ ਉਸਦੇ ਬਾਰੇ ਅੱਛੀ ਜਾਣਕਾਰੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਪੜ੍ਹਾਉਣਾ ਇੱਕ ਬਹੁਤ ਹੀ ਔਖਾ ਕੰਮ ਹੈ, ਕਿਉਂਕਿ ਹਰ ਇੱਕ ਨੂੰ ਤੁਸੀਂ ਆਪਣੇ ਪਲੇਟਫਾਰਮ ਤੇ ਲੈ ਕੇ ਆਉਣਾ ਇੱਕ ਟਫ ਜੋਬ ਹੈ। ਕਹਿੰਦੇ ਆ ਕਈ ਲੋਕ ਕਹਿ ਦਿੰਦੇ ਪੜ੍ਹਾਉਣਾ ਤਾਂ ਬਸ ਪੜ੍ਹਾਉਣਾ ਹੀ ਹੈ, ਕਿਆ ਇਹ ਕੋਈ ਕੰਮ ਨਹੀਂ ਹੈ? ਨਹੀਂ, ਇਹ ਬਹੁਤ ਵੱਡਾ ਕੰਮ ਹੈ। ਤੁਸੀਂ ਫੋਰਨ 'ਚ, ਮੈਂ ਇੱਥੇ ਕੁਛ ਆਪਣੇ ਸਬਜੈਕਟ ਨਾਲੋਂ ਹਟ ਕੇ ਦੱਸਣ ਲੱਗੀ ਕਿ ਅਗਰ ਤੁਸੀਂ ਕਈ ਦੇਸ਼ਾਂ ਦੇ ਵਿੱਚ ਟੀਚਰਸ ਨੂੰ ਇੰਨੀ ਇੱਜ਼ਤ ਦਿੱਤੀ ਜਾਂਦੀ ਹੈ ਕਿ ਅਗਰ ਕਿਸੇ ਕੋਰਟ ਦੇ ਵਿੱਚ, ਕਈ ਕੋਰਟ ਦੇ ਵਿੱਚ ਚੇਅਰਸ ਨਹੀਂ ਹੈਗੀਆਂ, ਸਾਡੇ ਇੰਡੀਅਨ ਕੋਰਟ ਦੇ ਵਿੱਚ ਵੀ ਚੇਅਰਸ ਦਿਖਾਈਆਂ ਜਾਂਦੀਆਂ ਨੇ, ਲੇਕਿਨ ਕਈ ਕੋਰਟ ਦੇ ਵਿੱਚ ਚੇਅਰਸ ਨਹੀਂ ਹੁੰਦੀਆਂ, ਸਿਰਫ ਟੀਚਰਸ ਨੂੰ ਹੀ। ਅਗਰ ਕੋਈ ਕਹੇ ਨਾ ਕਿ ਮੈਂ ਟੀਚਰ ਹਾਂ ਉੱਥੇ ਪੜ੍ਹਾਉਂਦਾ ਹਾਂ, ਤਾਂ ਟੀਚਰਸ ਲਈ ਹੀ ਚੇਅਰਸ ਆਉਂਦੀਆਂ ਨੇ ਤੇ ਜੱਜ ਵੀ ਆਪਣੀ ਚੇਅਰ ਛੱਡ ਦਿੰਦੇ ਨੇ, ਯਾਨੀ ਕਿ ਟੀਚਰਸ ਦੀ, ਗੁਰੂ ਦੀ ਇੰਨੀ ਇੱਜ਼ਤ ਕੀਤੀ ਜਾਂਦੀ ਨੇ। ਲੇਕਿਨ ਜੋ ਇਹ ਇਤਿਹਾਸ ਗਵਾਹ ਹੈ, ਜੋ ਸਟੂਡੈਂਟਸ ਆਪਣੇ ਟੀਚਰਸ ਦੀ ਰਿਸਪੈਕਟ ਕਰਦੇ ਨੇ, ਉਹਨਾਂ ਦਾ ਆਦਰ ਮਾਣ ਕਰਦੇ ਨੇ, ਉਹ ਅੱਜ ਵੀ ਕਾਮਯਾਬ ਹੈ, ਉਹ ਕੱਲ ਵੀ ਕਾਮਯਾਬ ਹੈ, ਔਰ ਪਿੱਛੇ ਇਤਿਹਾਸ ਦੇਖ ਲਓ ਉਹ ਕਾਮਯਾਬ ਹੀ ਰਹੇ ਹੈ। ਠੀਕ ਹੈ, ਇੱਕ ਟੀਚਰ ਦੇ ਬਹੁਤ ਵੱਡਾ ਰੋਲ ਹੁੰਦਾ ਹੈ ਸਟੂਡੈਂਟਸ ਨੂੰ ਦੀ ਲਾਈਫ ਨੂੰ ਕਿਵੇਂ ਉਸਨੂੰ ਗੋਲਡਨ ਚਾਂਸਿਸ ਦਿਲਾਣੇ ਹੈਗੇ ਹੈ। ਕਈ ਵਾਰ ਕੁਛ ਗੱਲਾਂ ਨੇ ਆਪਾਂ ਅੱਗੇ ਕਰਾਂਗੇ ਇਹਦੇ ਬਾਰੇ, ਤੇ ਮੇਰੇ ਇਸ ਟੌਪਿਕ ਦੇ ਵਿੱਚ ਹੈ ਕਿ ਯੋਜਨਾਬੰਦੀ ਕਾਰਜਬੰਦੀ ਹੈ। ਮੈਂ ਤੁਹਾਨੂੰ ਦੱਸਿਆ ਕਿ ਇਹ ਪਲੈਨਿੰਗ ਕਰਨੀ ਪੈਂਦੀ ਆ, ਹਰ ਚੀਜ਼ ਦੀ ਪਲੈਨਿੰਗ ਹੈ। ਤੁਸੀਂ ਕਲਾਸ 'ਚ ਜਾਣਾ ਹੈ, ਤੁਸੀਂ ਪੀਰੀਅਡ, ਜਿਸ ਤਰ੍ਹਾਂ ਤੁਸੀਂ ਸਕੂਲਾਂ 'ਚ ਪੜ੍ਹੇ ਹੋ 10ਵੀਂ ਤੱਕ, ਤੁਹਾਡੇ ਪੀਰੀਅਡਸ ਹੁੰਦੇ ਸੀਗੇ ਉੱਥੇ, ਪੀਰੀਅਡਸ ਦੇ ਵਿੱਚ ਤੁਸੀਂ ਕੰਮ ਕਰਦੇ ਸੀ। ਲੇਕਿਨ ਜਦੋਂ ਤੁਸੀਂ ITI ਦੇ ਵਿੱਚ ਆਏ, ਇੱਥੇ ਪੀਰੀਅਡਸ ਨਹੀਂ ਹੁੰਦੇ, ਲੇਕਿਨ ਇੱਥੇ ਕੀ ਹੁੰਦਾ, ਥਿਊਰੀ ਦਾ ਪੀਰੀਅਡ ਲੱਗਦਾ ਹੈ, ਇੱਥੇ ਇੰਪਲਾਈਬਿਲਿਟੀ ਦਾ ਪੀਰੀਅਡ ਲੱਗਦਾ ਹੈ, ਜਿਹੜੇ ਮੈਥ ਨਾਲ ਰਿਲੇਟਡ ਹੈ ਕੰਮ ਕਰਦੇ, ਮੈਥ ਦਾ ਪੀਰੀਅਡ ਲੱਗਦਾ ਹੈ, ਸਾਡੇ ਸਾਇੰਸ ਦਾ ਪੀਰੀਅਡ ਲੱਗਦਾ ਹੈ, ਇਸ ਤਰ੍ਹਾਂ ਡਰਾਇੰਗ ਦਾ ਪੀਰੀਅਡ ਸਾਡੇ ਲੱਗਦਾ ਹੈ, ਤੇ ਇਸ ਤਰ੍ਹਾਂ ਕਰਕੇ ਸਾਡੇ ਪੂਰੇ ਪੀਰੀਅਡ ਲੱਗਦੇ ਨੇ। ਲੇਕਿਨ ਜਿਹੜੇ ST ਨਾਲ ਰਿਲੇਟਡ ਨੇ, ਨਾਨ ਇੰਜੀਨੀਅਰਿੰਗ ਦੀ ਨੇ, ਉਹਨਾਂ ਦੇ ਥਿਊਰੀ ਦਾ ਪੀਰੀਅਡ, ਇੰਪਲਾਈਬਿਲਿਟੀ ਦਾ ਪੀਰੀਅਡ ਔਰ ਪ੍ਰੈਕਟੀਕਲ ਦਾ ਪੀਰੀਅਡ ਲੱਗਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡੇ ਟੀਚਰ ਸਾਹਿਬਾਨ ਕਈ ਵਾਰ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਡਰਾਇੰਗ ਬਣਾਓ, ਇਹਦੀ ਸਕੈਚਿੰਗ ਕਰੋ। ਸਕੈਚਿੰਗ ਕਰਨਾ ਵੀ ਉਸ ਪਾਠਕ੍ਰਮ ਚਾਹੁੰਦਾ ਹੈ, ਫਿਰ ਉਹਦੀ ਡਰਾਇੰਗ ਹੋ ਜਾਂਦੀ ਹੈ, ਤੁਹਾਨੂੰ ਡਿਜ਼ਾਈਨ ਪਤਾ ਲੱਗ ਜਾਂਦਾ, ਉਸ ਬਾਰੇ ਦੱਸ ਦਿੰਦੇ ਨੇ, ਚਲੋ ਜੀ ਹੁਣ ਡਿਜ਼ਾਈਨ ਤੁਸੀਂ ਕਰੋ।
ਫਿਰ ਉਸ ਤੋਂ ਬਾਅਦ ਡਰਾਫਟਿੰਗ ਆ ਜਾਂਦੀ ਹੈ। ਤੁਸੀਂ ਡਰਾਫਟਿੰਗ ਉਹਨਾਂ ਚੀਜ਼ਾਂ ਤੋਂ ਬਾਅਦ ਦਾ ਪਾਠਕ੍ਰਮ ਹੈ। ਜਦੋਂ ਤੁਹਾਡੀ ਪਾਠਕ੍ਰਮ ਤੋਂ ਸਾਡਾ ਆ ਜਾਂਦਾ ਹੈ ਕਿ ਤੁਸੀਂ ਉਸ ਤੋਂ ਬਾਅਦ ਤੁਸੀਂ ਉਸ ਚੈਨਲ 'ਤੇ ਚੱਲਣਾ ਹੈ। ਇਸ ਤਰ੍ਹਾਂ ਤੁਹਾਨੂੰ ਪੜ੍ਹਾਉਣ ਦੀਆਂ ਹਰ ਇੱਕ ਚੈਨਲ ਨੇ ਗਤੀਵਿਧੀਆਂ ਪੂਰੀਆਂ, ਜੇ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਕਿ ਤੁਹਾਡਾ ਕੁਛ ਮਿਲੇ, ਤੁਹਾਨੂੰ ਅੱਛੇ ਰਿਜ਼ਲਟ ਮਿਲਣ, ਤਾਂ ਤੁਹਾਨੂੰ ਉਸ ਯੋਜਨਾ ਦੇ ਅਧੀਨ ਚੱਲਣਾ ਪਏਗਾ ਔਰ ਸਿੱਖਿਆਰਥੀਆਂ ਨੂੰ ਵੀ ਇੰਸਟ੍ਰਕਟਰ ਦਾ ਕਹਿਣਾ ਮੰਨਣਾ ਪਏਗਾ। ਕਿਉਂਕਿ ਅਗਰ ਇੰਸਟ੍ਰਕਟਰ ਔਰ ਸਟੂਡੈਂਟ ਦੇ ਵਿੱਚ ਬੈਲੈਂਸ ਨਹੀਂ ਹੋਏਗਾ ਤਾਂ ਉਹ ਅੱਛਾ ਰਿਜ਼ਲਟ ਨਹੀਂ ਆਣਗੇ। ਕਿਉਂਕਿ ਇੰਸਟ੍ਰਕਟਰ ਦਾ ਕੰਮ ਤਾਂ ਸਿਰਫ ਪੜ੍ਹਾਉਣਾ ਹੈ। ਕਿਉਂ ਪੜ੍ਹਾਉਂਦਾ ਹੈ? ਆਏ ਕਲਾਸ ਵਿੱਚ ਪੜ੍ਹਾਇਆ, ਅਗਰ ਤੁਸੀਂ ਮਟੀਰੀਅਲ ਲੈ ਕੇ ਆਉਂਦੇ ਹੋ ਕਲਾਸ ਦੇ ਵਿੱਚ ਟਾਈਮ ਬਾਅਦ, ਅਗਰ ਤੁਹਾਡੇ ਇੰਸਟ੍ਰਕਟਰ ਸਾਹਿਬਾਨ ਨੇ ਬੋਲਿਆ ਹੈ ਕਿ ਤੁਸੀਂ ਲੈ ਕੇ ਆਓ, ਉਹ ਉਹਨਾਂ ਦਾ ਪਾਠਕ੍ਰਮ ਹੈ। ਉਹਨਾਂ ਨੇ ਕਹਿਣਾ ਹੈ ਤੁਹਾਨੂੰ ਕਿ ਅਗਰ ਤੁਸੀਂ ਉਹ ਪ੍ਰੋਵਾਈਡ ਕਰਦੇ ਆ ਰਾ ਮਟੀਰੀਅਲ, ਕਈ ਵਾਰ ਗਵਰਨਮੈਂਟ ਤੋਂ ਪ੍ਰੋਵਾਈਡ ਹੁੰਦਾ ਹੈ, ਲੇਕਿਨ ਅੱਜ ਕੱਲ੍ਹ ਪਿਛਲੇ ਦਿਨਾਂ 'ਚ ਬਹੁਤ ਘੱਟ ਮਾਤਰਾ 'ਚ ਗਵਰਨਮੈਂਟ ਤੋਂ ਪ੍ਰੋਵਾਈਡ ਕਰਵਾਇਆ ਗਿਆ ਹੈ ਨਾ। ਤੇ ਬੱਚੇ ਆਪਣੇ ਘਰਾਂ ਤੋਂ ਲੈ ਆਉਂਦੇ ਨੇ ਕਈ ਵਾਰ ਕਿ ਹਾਂ ਅਸੀਂ ਤਾਂ ਵਧੀਆ ਬਣਾਉਣਾ ਜੀ, ਅਸੀਂ ਆਪਣੇ ਘਰ ਤੋਂ ਕੱਪੜਾ ਲੈ ਕੇ ਆਏ ਆ, ਐਸਾ ਕਰਦੇ ਹਾਂ। ਲੇਕਿਨ ਉਹ ਬੱਚਿਆਂ ਨੂੰ ਟਾਈਮ ਸਿਰ ਲਿਆਉਣਾ ਪਏਗਾ। ਇਹ ਨਹੀਂ ਕਿ ਇਸ ਤਰ੍ਹਾਂ ਨਹੀਂ ਹੈ। ਤੁਸੀਂ ਪਹਿਲਾਂ ਪੁੱਛ ਲਓ ਆਪਣੇ ਇੰਸਟ੍ਰਕਟਰ ਨੂੰ ਕਿ ਮੈਡਮ ਜਾਂ ਸਰ ਕਿ ਸਾਨੂੰ ਦੱਸੋ ਇਨ ਫਿਊਚਰ ਤੁਸੀਂ ਕੀ ਕਰਵਾਉਣਾ ਹੈ, ਅਸੀਂ ਉਸ ਹਿਸਾਬ ਦੇ ਨਾਲ ਆਪਣੇ ਮਟੀਰੀਅਲ ਰਾ ਮਟੀਰੀਅਲ ਇਕੱਠਾ ਕਰ ਲਈਏ ਜਾਂ ਰੱਖ ਲਈਏ ਜਾਂ ਡਿਜ਼ਾਈਨਿੰਗ ਸੈੱਟ ਕਰ ਲਈਏ। ਇਸ ਤਰ੍ਹਾਂ ਦੇ ਅਧਿਆਪਨ ਦੇ ਕੁਝ ਨਿਯਮ ਹੈ। ਤੁਹਾਨੂੰ ਇਹ ਕੁਝ ਜਿਹੜੇ ਪੜ੍ਹਾਉਣ ਦੇ ਜਿਹੜੇ ਪੜਾਅ ਹੈ ਤੁਹਾਨੂੰ ਪੂਰੇ ਕਰਨੇ ਪੈਣਗੇ। ਇਹ ਕੋਆਰਡੀਨੇਸ਼ਨ ਨਾਲ ਹੋਏਗਾ। ਇੰਸਟ੍ਰਕਟਰ ਦੇ ਵਿੱਚ ਇਹ ਕੁਆਲਿਟੀ ਹੋਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਪਹਿਲਾਂ ਹੀ ਦੱਸ ਦੇਵੇ ਕਿ ਹਾਂਜੀ ਦੱਸੋ ਮੈਂ ਆਹ ਕੰਮ ਕਰਨਾ ਚਾਹੁੰਦਾ ਹੈ, ਮੇਰੇ ਆਹ ਹੈ, ਮੈਂ ਇਸ ਨੂੰ ਇੱਥੇ ਕਰ ਸਕਦਾ ਹਾਂ। ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਇੱਕ ਅੱਛੇ ਇੰਸਟ੍ਰਕਟਰ ਤਿਆਰ ਹੋ ਜਾਂਦੇ ਹੋ। ਟੀਚਿੰਗਸ ਦੀਆਂ ਅੱਗੇ ਫੇਸਿਸ ਹੈ, ਜਿਸ ਤਰ੍ਹਾਂ ਆਪਾਂ ਸਟੇਜਸ ਆਫ ਟੀਚਿੰਗਸ ਐਂਡ ਇੰਸਟ੍ਰਕਟਰਸ ਕੀਤਾ ਹੈ, ਤੇ ਇਹਦੀਆਂ 3 ਫੇਸਿਸ ਹੈ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਹੀ ਹਾਂ, ਇਸ ਪਿਛਲੇ ਵੀ। ਤਾਂ ਇਹਨਾਂ ਫੇਸਿਸ ਨੂੰ ਜਦੋਂ ਅਸੀਂ ਆਪਣਾ ਕੰਮ ਕਰਦੇ ਹਾਂ, ਕੋਆਰਡੀਨੇਟ ਕਰਦੇ ਹਾਂ, ਤਾਂ ਸਾਨੂੰ ਅੱਛਾ ਫੀਲ ਹੁੰਦਾ ਹੈ। ਪ੍ਰੀ ਐਕਟਿਵ ਫੇਸਿਸ ਯਾਨੀ ਪਲੈਨਿੰਗ ਸਟੇਜ, ਤੁਸੀਂ ਕੀ ਪਲਾਨ ਕਰਨਾ ਹੈ, ਤੁਹਾਡੀ ਪਲੈਨਿੰਗ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਹਾਂ ਹੁਣ ਤੁਸੀਂ ਪਲੈਨਿੰਗ ਕਰ ਲਈ, ਹੁਣ ਤੁਹਾਡਾ ਇਹ ਚੀਜ਼ ਅੱਛੀ ਆਈ ਹੈ, ਹੁਣ ਤੁਹਾਡੀ ਪਲੈਨਿੰਗ ਇਹਦੇ ਸਕਸੈਸਫੁਲ ਹੋਏਗੀ। ਇਸ ਤਰ੍ਹਾਂ ਕਰਦੇ ਹੋਏ ਤੁਸੀਂ ਪਲੈਨਿੰਗ ਕਰ ਸਕਦੇ ਹੋ ਤੁਸੀਂ, ਤੇ ਤੁਹਾਡੀ ਪਲੈਨਿੰਗ ਸਕਸੈਸਫੁਲ ਹੋਏਗੀ। ਇਸ ਤਰ੍ਹਾਂ ਨਹੀਂ ਹੋਏਗਾ ਕਿ ਤੁਹਾਡੀ ਪਲੈਨਿੰਗ ਸਕਸੈਸਫੁਲ ਨਹੀਂ ਹੋਏਗੀ, ਤੁਹਾਨੂੰ ਦੇਖਣ ਨੂੰ ਤੁਸੀਂ ਕੁਝ ਹੋਰ ਕਰ ਰਹੇ ਹੋ, ਕੰਮ ਤੁਸੀਂ ਹੋਰ ਕਿ ਹਰ ਚੀਜ਼ ਦੀ ਤੁਹਾਡੇ ਕੋਲ ਪਲੈਨਿੰਗ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਤੁਹਾਡੀ ਪਲੈਨਿੰਗ ਹੈ ਨਹੀਂ ਹੈ ਤਾਂ ਤੁਸੀਂ ਉਸਨੂੰ ਕਰ ਰਹੇ ਹੋ, ਤੇ ਇਸ ਤਰ੍ਹਾਂ ਤੁਹਾਡੇ ਲਈ ਕੁਝ ਗਲਤ ਹੋ ਜਾਂਦਾ ਹੈਗਾ। ਤੇ ਤੁਹਾਡੀ ਇੰਟਰ ਐਕਟਿਵ ਫੇਸਿਸ ਹੈਗੇ, ਉਹਦੇ ਵਿੱਚ ਵੀ ਤੁਹਾਡੇ ਦੀ ਇੰਪਲੀਮੈਂਟ ਸਟੇਜਸ, ਯਾਨੀ ਕਿ ਉਸਨੂੰ ਅਪਲਾਈ ਕਰਨਾ, ਇੰਪਲੀਮੈਂਟ ਕਰਨਾ ਹੈ ਕਿ ਤੁਸੀਂ ਤੁਹਾਨੂੰ ਜੋ ਤੁਹਾਡੇ ਇੰਸਟ੍ਰਕਟਰ ਜਾਂ ਟੀਚਰ ਸਾਹਿਬਾਨ ਨੇ ਤੁਹਾਨੂੰ ਪੜ੍ਹਾਇਆ ਹੈ ਉਹਦੇ ਬਾਰੇ ਉਹਦਾ ਆਊਟਪੁੱਟ ਕਿੰਨੀ ਆਈ ਹੈ ਤੁਹਾਨੂੰ। ਠੀਕ, ਫਿਰ ਤੁਹਾਡੀ ਪੋਸਟ ਐਕਟਿਵ ਫੇਸਿਸ ਆ ਜਾਂਦੇ ਹਨ, ਐਲੀਵੇਸ਼ਨ ਵੈਲਿਊਏਸ਼ਨ ਹੈ, ਯਾਨੀ ਕਿ ਤੁਸੀਂ ਨੰਬਰ ਵੀ ਲਗਾਉਣੇ ਆ ਬੱਚਿਆਂ ਦੇ। ਤੁਸੀਂ ਬੱਚਿਆਂ, ਕਿਉਂਕਿ ਜੋ ਵੀ ਬੱਚਾ ਕੰਮ ਕਰਦਾ ਉਹਦੇ ਨੰਬਰ ਦੀ ਉਮੀਦ ਰੱਖਦਾ ਕਿ ਹਾਂ ਮੈਨੂੰ ਗੁੱਡ ਮਿਲੇ, ਮੈਨੂੰ ਵੈਰੀ ਗੁੱਡ ਮਿਲੇ, ਮੇਰੇ ਨੰਬਰ ਅੱਛੇ ਆਣ। ਹੁਣ ਪਿੱਛੇ ਜੇ ਆਪਣੇ ITAS ਦੇ ਵਿੱਚ ਸਿਲੇਬਸ ਚੇਂਜ ਹੋਇਆ, ਸਿਲੇਬਸ ਚੇਂਜ ਹੋਣ ਦੇ ਨਾਲ ਸਾਨੂੰ ਕਈ ਚੀਜ਼ਾਂ ਸਾਨੂੰ ਪਤਾ ਲੱਗੀਆਂ। ਸਾਡੇ ਇਸ ਤਰ੍ਹਾਂ ਨੰਬਰ, ਪ੍ਰੈਕਟੀਕਲ ਦੇ ਨੰਬਰ 250 ਦੇ ਵਿੱਚੋਂ ਹੋ ਗਏ ਹੈ ਨਾ, ਥਿਊਰੀ ਦੇ ਨੰਬਰ 100 ਦੇ ਵਿੱਚੋਂ ਹੋ ਗਏ, ਇਸ ਤਰ੍ਹਾਂ ਇੰਪਲਾਇਬਿਲਿਟੀ ਦੇ 100 ਦੇ ਵਿੱਚ, ਇਸ ਤਰ੍ਹਾਂ ਮਤਲਬ ਕਿ ਅਸੀਂ ਨੰਬਰ ਉਹਨਾਂ ਦੇ ਕਾਊਂਟ ਕਰਦੇ ਹਾਂ ਔਰ ਨੰਬਰਾਂ ਦੇ ਚੈਨਲਸ ਨੇ ਹੈ ਨਾ। ਹੁਣ ਅਗਰ ਤੁਹਾਨੂੰ ਮੈਂ ਜਿਹੜਾ ਮੇਰਾ ਅੱਗੇ ਲੈਕਚਰ ਆਉਣਗੇ, ਮੈਂ ਉਹਦੇ ਵਿੱਚ ਤੁਹਾਨੂੰ ਅਗਲਾ ਕੱਲ ਆਏਗਾ, ਅਗਲਾ ਲੈਕਚਰ ਮੇਰਾ ਕੱਲ ਹੀ ਹੈ, ਤਾਂ ਉਹਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਤੁਸੀਂ ਨੰਬਰ ਵੀ ਕਿਸ ਤਰ੍ਹਾਂ ਹਿਸਾਬ ਨਾਲ ਲਾਣੇ ਆ। ਉਹ 'ਚ ਵੈਲਿਊਏਸ਼ਨ ਦਾ ਜੋ ਵੈਲਿਊਏਸ਼ਨ ਹੈ ਉਹਦੇ ਵਿੱਚ ਨੰਬਰ ਵੀ ਕਿਸ ਹਿਸਾਬ ਨਾਲ ਲਗਾਉਣੇ ਹੈ, ਤੁਸੀਂ ਕਿਵੇਂ ਕਰ ਸਕਦੇ ਹੋ, ਕੀ ਤੁਹਾਡੇ ਹੱਥਾਂ ਵਿੱਚ ਹੁੰਦਾ ਹੈ ਇੱਕ ਇੰਸਟ੍ਰਕਟਰ ਦੇ। ਤੁਹਾਨੂੰ ਮੈਂ ਉਹ ਵੀ ਉਹਦੇ ਬਾਰੇ ਵਿਸਥਾਰਪੂਰਵਕ ਦੱਸਾਂਗੀ। ਇਸ ਤਰ੍ਹਾਂ ਆਪਾਂ ਅੱਗੇ ਇਸ ਤੋਂ ਕਰ ਸਕਦੇ ਹਾਂ, ਇਸ ਨੂੰ ਫੇਸਿਸ ਨੂੰ। ਸਾਡੇ ਕੋਲ ਪ੍ਰੀ ਐਕਟਿਵ ਫੇਸਿਸ ਹੈ ਤੇ ਫਿਕਸੇਸ਼ਨ ਆਫ ਗੋਲਸ, ਯਾਨੀ ਤੁਹਾਨੂੰ ਤੁਹਾਡੇ ਗੋਲਸ ਪਤਾ ਹੋਣੇ ਚਾਹੀਦੇ ਨੇ, ਉਹ ਪਹਿਲਾਂ ਹੀ ਫਿਕਸ ਹੋਣੇ ਚਾਹੀਦੇ ਨੇ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿ ਤੁਹਾਨੂੰ ਕੁਝ ਪਤਾ ਨਹੀਂ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਗੋਲਸ ਉਸਨੂੰ ਕਰ ਰਹੇ ਹੋ। ਠੀਕ ਹੈ, ਤੁਹਾਨੂੰ ਆਪਣੇ ਗੋਲਸ ਬਾਰੇ ਅੱਛੀ ਤਰ੍ਹਾਂ
ਜਾਣ ਕਰਕੇ ਡਿਸਕਸ ਮੇਕਿੰਗ ਅਬਾਊਟ ਦਾ ਸਬਜੈਕਟ ਮੈਟਰ, ਯਾਨੀ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੁਸੀਂ ਡਿਸਕਸ ਕਰ ਸਕਦੇ ਹੋ ਆਪਣੇ ਸਬਜੈਕਟ ਬਾਰੇ उसमें, ठीक है। अरेंजिंग एंड द सीक्वेंस ऑफ द एलिमेंट्स ऑफ कंटेंट एंड द प्रेजेंटेशन, जो थोड़ी प्रेजेंटेशन है जिस तरह मैं तुहानू दस्सिया ना कि तुसी जो भी चीज़ बनानी है, तुसी अगर पिछे निमी दे लैक्चर लगा रहे होगे तो तुसी उन्हां लैक्चर सारे इंस्ट्रक्टर साहबान दे लैक्चर देखा होगा, पहला वो अपने टॉपिक बारे थानू इंट्रोड्यूस करवाते हैं कि साडा आ टॉपिक है, आ चीज़ बनती है, इस तरह है ना, उसकी पिक्चर शो करते हैं, फिर उसके बारे अच्छी जानकारी देंगे हैं सानू, फिर वो हर जे मशीन्स हैं या उन अटैचमेंट्स हैं जो बच्चे रेगुलर क्लासेस लगा रहे हैं नियमित, उन्होंने इस बारे जानकारी है कि वो सारे इंस्ट्रक्टर साहबान अपनी जो प्रेजेंटेशन होंगी है उसको कितनी अच्छी तरह लड़ीबद्ध कर देंगे ने, ਉਹਨੂੰ अच्छी तरह लड़ीबद्ध करते हैं तो वो अच्छे रिजल्ट आते हैं, सानू अच्छा लगता है। कई बच्चे इन्ने सिंसीयर हैं, मैं उन्होंने इस प्लेटफॉर्म पर तारीफ करती हाँ कि मैं किहदा नाम लवां, कई बच्चे रेगुलर जुड़ रहे हैं जिस तरह राजविंदर, जगदीप, आरती है ना, रेनू है, एक लड़की है, एक निधि है, ਤੇ ਇਸ ਤਰ੍ਹਾਂ ਬੱਚੇ ਨੇ ਕਈ, ਤੇ ਉਹ ਹਰ ਇੱਕ ਚੀਜ਼ ਨੂੰ ਬਰੀਕੀ ਨਾਲ ਸਮਝਦੇ ਨੇ, ਯਾਨੀ ਕਿ ਉਹ ਉਹਨਾਂ ਨੇ ਜਦੋਂ ਵੀ ਸੈਸ਼ਨ ਸ਼ੁਰੂ ਹੁੰਦਾ ਹੈ ਉੱਥੋਂ ਅਟੈਚ ਹੋ ਜਾਂਦੇ ਨੇ ਤੇ ਸੈਸ਼ਨ ਦੇ ਐਂਡ ਤੱਕ ਉਹ ਉੱਥੇ ਕਾਇਮ ਰਹਿੰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਕਿ ਸਾਡਾ ਅਗਰ ਇੱਕ ਸ਼ਬਦ ਵੀ ਕਿਹਾ ਹੋਇਆ ਛੁੱਟ ਗਿਆ ਨਾ ਤਾਂ ਸਾਨੂੰ ਪ੍ਰੋਬਲਮ ਹੋ ਸਕਦੀ ਆ। ਹੁਣ ਤੁਸੀਂ ਅਗਰ ਧਿਆਨ ਨਾਲ ਸਾਰੇ ਇੰਸਟ੍ਰਕਟਰ ਸਾਹਿਬਾਨ ਦੇ ਲੈਕਚਰ ਸੁਣੋ, अपना इंटरस्ट शो करो उत्थे, तो थानू बुक उठाने की जरूरत नहीं है। मेरा ये दावा है तुहाडे नाल ते कि तुसी 100% तुसी अच्छे नंबरां च पास होगे, इस गल दी मेरी गारंटी है तुहाडी, क्योंकि सारे इंस्ट्रक्टर साहबान बड़ी बरीकी दे नाल तुसी देखो, ओह मैं क्यों कह रही हां थानू, क्योंकि मेरे को इत्थे लाइन है सब्जेक्ट मैटर अरेंज करना है, सीक्वेंस च करना है, एलीमेंट्स तुहाडे सीक्वेंस च होने चाहिए सारी चीज़ां। जो तो प्रेजेंटेशन है या तुसी पढ़ाते हो, चाहे जिस तरह हम मेरी प्रेजेंटेशन चल रही है इस ऑनलाइन है ना, तुसी अपने फोन से देख रहे हो, इस तरह तुसी क्लास भी पढ़ाते हो, क्लास जाके भी थानू उस सब्जेक्ट बारे कोरिलेट होना चाहिए, थानू पता होना चाहिए कि हुण मैं ड्राफ्टिंग कराई है, हुण मैं पैटर्न की कटिंग करानी है, या मैं हुण थ्योरी का लैसन कराया, हुण मैं लैसन तो बाद मैं छोटे छोटे क्वेश्चन दसने ने, या मैं लैसन के अकॉर्डिंग इस तो ज़्यादा भी इन्होंने नॉलेज दे सकती हैं। कई बार बुक के इन्नी मटीरियल नहीं होंदा, टीचर्स उस तो बाद भी पढ़ाते हैं है ना, कि कई बच्चे थोड़ी की देर बाद ना पैड़ा भी होना है छोड़ यार क्या पढ़ना है ना, या दूसरे को भी इंटरैक्ट कर देंगे ने, इस तरह नहीं होना चाहिए। इसलिए थानू चीज़ों उसको टीचर्स के नाल थानू कोऑर्डिनेट करना पेगा, ते जो इंस्ट्रक्टर साहबान है वो बच्चों नाल कोऑर्डिनेशन रखना पेगा, उन्होंने डिस्क्रिप्शन ऑफ टीचिंग स्टेजेस थानू उस बारे करनियां पैणगियां कि हाँ थानू किस तरह एक मिनट बच्चों थोड़ा डिस्टर्ब हो रहा है, मिनट प्लीज अगे पीछे नहीं कर रहे। करते सी, यानी कि टीचर का निर्धारण फिक्सेशन किवें करनी है, मैं तुहानू दस्सिया विषयां बारे विचार फैसला किवें करना है, पेशकारी ਅਤੇ ਸਮੱਗਰੀ ਤੱਕ ਤੇ ਪ੍ਰਬੰਧ ਤਜਰਬੇਕਾਰ ਹੋਣਾ ਚਾਹੀਦਾ। ਅਧਿਆਪਨ ਦਾ ਰਣਨੀਤੀ ਦੇ ਬਾਰੇ ਫੈਸਲਾ ਹੋਣਾ। ਰਣਨੀਤੀ ਮਤਲਬ ਕੀ ਹੁੰਦਾ ਹੈ? ਰਣਨੀਤੀ ਹੁੰਦੀ ਹੈ ਕਿਸੇ ਵੀ ਕੰਮ ਨੂੰ ਅਸੀਂ ਕਾਰਜਬੱਧ ਤਰੀਕੇ ਨਾਲ ਕਰਦੇ ਹਾਂ, ਕਿਸੇ ਵੀ ਕੰਮ ਨੂੰ ਅਸੀਂ ਅੱਛੇ ਤਰੀਕੇ ਨਾਲ ਕਰਦੇ ਹਾਂ ਤਾਂ ਉਸ ਨੂੰ ਰਣਨੀਤੀ ਕਿਹਾ ਜਾਂਦਾ ਹੈ। ਅਧਿਆਪਨ ਦੀਆਂ ਰਣਨੀਤੀਆਂ ਹੁੰਦੀਆਂ ਨੇ ਇਹ, ਠੀਕ ਹੈ, ਉਹਨਾਂ ਦੀ ਵੰਡ ਹੁੰਦੀ ਹੈ ਕਿ ਮੈਂ ਕਿਹੜੇ अगर मैं एक लैसन करवा रही हूँ उस लैसन में किन्ने चैनल के विच करवा सकती हूँ, मैनू पता होना चाहिए कि मैं इस चैनल इस पाठक्रम किन्ने चैनल के विच बनना है। इंटरएक्टिव फेसिस ऑफ टीचिंग, द फॉलोइंग ऑफ द एक्टिविटीज आर इंक्लूडिंग इन इंटरएक्टिव फेसिस ऑफ टीचिंग, वन सीजनिंग अप ऑफ द क्लास, डायग्नोज ऑफ द लर्नर, जो
स्टूडेंट्स हैं, डायग्नोज लर्नर मतलब स्टूडेंट लर्न करते हैं, डायग्नोज करना पैंदा एबिलिटी ऑफ लर्नर, यानी स्टूडेंट ਦੀ ਤੁਹਾਨੂੰ ਐਬਿਲਿਟੀ ਬਾਰੇ ਪਤਾ ਚੱਲਣਾ, ਉਹਦੀ ਯੋਗਤਾ ਬਾਰੇ ਤੁਹਾਨੂੰ ਪਤਾ ਚੱਲਣਾ, ਇੰਟਰਸਟ ਐਂਡ ਐਟੀਟਿਊਡ ਆਫ ਲਰਨਰ ਕਿ ਤੁਹਾਡੇ ਜੋ ਸਟੂਡੈਂਟਸ ਹੈ ਉਹਨਾਂ ਦਾ ਇੰਟਰਸਟ ਕਿੰਨਾ ਕੁ ਹੈ, ਉਹਨਾਂ ਦਾ ਐਟੀਟਿਊਡ ਕਿਸ ਤਰ੍ਹਾਂ ਦਾ ਹੈ, ਇਹ ਐਕੈਡਮਿਕ ਬੈਕਗ੍ਰਾਉਂਡ ਆਫ ਲਰਨਰ, ਸਾਨੂੰ ਵਿਦਿਆਰਥੀ ਦੀ ਐਕੈਡਮਿਕ ਬੈਕਗ੍ਰਾਉਂਡ ਮਤਲਬ ਯਾਨੀ ਉਹ ਕਿੰਨਾ ਪੜ੍ਹਿਆ ਹੋਇਆ ਹੈ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਕਿ ਕਈ ਵਾਰ ਸਾਡੇ ਕਲਾਸ ਦੇ ਵਿੱਚ ਨਾ ਜਿਸ ਤਰ੍ਹਾਂ ਹੁਣ ਸਾਡੀ ਟੀਚਰ ਟ੍ਰੇਨਿੰਗ ਕਲਾਸ ਹੈ ਉਹਦੇ ਵਿੱਚ ਸਾਡੇ ਤੋਂ +2 ਮਸਟ ਹੁੰਦਾ ਹੈ ਨਾ, +2 ਦੇ ਬੱਚੇ ਹੁੰਦੇ ਨੇ। ਕਈ ਵਾਰ ਬੱਚੇ ਜ਼ਿਆਦਾ ਪੜ੍ਹੇ ਲਿਖੇ ਵੀ ਆਉਂਦੇ ਨੇ ਕਿਉਂਕਿ BA ਵਗੈਰਾ ਕੀਤੇ ਨੇ, ਤੁਹਾਨੂੰ ਪਤਾ ਹੈ ਕਿ ਟੈਕਨੀਕਲ ਸਟੱਡੀ ਜੋ ਹੁੰਦੀ ਹੈ ਬਹੁਤ ਮੈਟਰ ਕਰਦੀ ਹੈ, ਨਾ ਕਿ ਜੋ ਅਕੈਡਮਿਕ ਸਟੱਡੀ ਹੈ। ਤੇ ਸਭ ਟੈਕਨੀਕਲ ਜਿਹੜੇ ਹੁੰਦੇ ਨੇ ਉਹ ਹਰ ਜਗ੍ਹਾ ਹੀ ਸੈੱਟ ਹੋ ਜਾਂਦੇ ਨੇ, ਠੀਕ ਹੈ। ਇਸ ਬਾਰੇ ਤੁਹਾਨੂੰ ਉਹਦੇ ਬਾਰੇ ਬੱਚਿਆਂ ਬਾਰੇ ਪਤਾ ਹੋਣਾ ਚਾਹੀਦਾ ਹੈ। ਐਕਸ਼ਨ ਐਂਡ ਰਿਐਕਸ਼ਨ ਅਚੀਵਮੈਂਟ, ਤੁਹਾਨੂੰ ਬੱਚਿਆਂ ਦੇ ਸਟੂਡੈਂਟਸ ਦੇ ਜਦੋਂ ਤੁਸੀਂ ਕਲਾਸ 'ਚ ਜਾਂਦੇ ਹੋ ਤੇ ਜੋ TTC ਵਾਲੇ ਬੱਚੇ ਹੈ, ਇਹ ਬੱਚਿਆਂ ਦਾ ਲੈਸਨ ਇੱਕ POT ਦੇ ਉੱਤੇ ਲੈਸਨ ਦਾ ਵੀ ਪੇਪਰ ਹੁੰਦਾ ਹੈ, ਉਹਦੇ ਵੀ ਨੰਬਰ ਲੱਗਦੇ ਨੇ। ਉਹਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਕਲਾਸ 'ਚ ਜਾਣਾ ਹੈ, ਤੁਸੀਂ ਆਪਣੇ ਡੈਮੋ ਕਲਾਸ ਦਿੰਦੇ ਹੋ ਪੇਪਰ ਵਾਲੇ ਦਿਨ, ਜਿੰਨੀ ਕੁ ਮੈਨੂੰ ਨੌਲੇਜ ਹੈ ਤਾਂ ਉਹਦੇ ਤੁਸੀਂ ਉਹਦਾ ਮਟੀਰੀਅਲ ਲੈ ਕੇ ਜਾਂਦੇ ਹੋ ਕਿ ਅਸੀਂ ਕਲਾਸ ਦੇ ਵਿੱਚ ਕੀ ਬਣਾਇਆ, ਲੈਸਨ ਪਲਾਨ ਬਣਾਇਆ, ਸਾਡੀ ਲੈਸਨ ਪਲਾਨ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਸਾਡਾ ਚਾਰਟ ਹੈ, ਚਾਰਟ ਕਿਸ ਤਰ੍ਹਾਂ ਹੋਣਾ ਚਾਹੀਦਾ, ਅਸੀਂ ਅਟੈਂਡੈਂਸ ਲਗਾਈ, ਸਾਡਾ ਅਟੈਂਡੈਂਸ ਬੱਚਿਆਂ ਨੂੰ ਲਗਾਉਣ ਦਾ ਕੀ ਪ੍ਰੋਸੈਸ ਹੈ, ਇਹ ਔਰ ਤੁਹਾਡਾ ਡਰੈਸਅਪ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਇਹ ਸਾਰੀ ਚੀਜ਼ਾਂ ਉਸ ਦਿਨ ਕਾਊਂਟ ਹੁੰਦੀਆਂ ਨੇ। ਇਸ ਲਈ ਟੀਚਰ ਟ੍ਰੇਨਿੰਗ ਵਾਲੇ ਬੱਚੇ ਇਸ ਗੱਲ ਦਾ ਖਾਸ ਧਿਆਨ ਰੱਖਣਗੇ, ਠੀਕ ਹੈ। ਰਿਸਪੌਂਸ ਤੁਹਾਨੂੰ ਕਿਸ ਤਰ੍ਹਾਂ ਦਾ ਆ ਰਿਹਾ ਹੈ ਕਲਾਸ ਵਿੱਚ, ਤੁਸੀਂ ਕਲਾਸ ਪੜ੍ਹਾ ਰਹੇ ਹੋ ਸਕੇ ਜਿਹੜੇ ਜੋ ਟੀਚਰ ਟ੍ਰੇਨਿੰਗ ਵਾਲੇ ਬੱਚੇ ਉਹਨਾਂ ਲਈ ਮੇਰੇ ਕੋਲ ਸੁਜੈਸ਼ਨ ਹੈ, ਵੈਸੇ ਤਾਂ ਉਹ ਕਰਦੇ ਹੋਣਗੇ ਆਪਣੇ ITS ਦੇ ਵਿੱਚ, ਉਹ ਜੋ ਸਿਵਿੰਗ ਟੈਕਨੋਲੋਜੀ ਦੀ ਜਾਂ ਫੈਸ਼ਨ ਡਿਜ਼ਾਈਨਿੰਗ ਦੀ ਜਾਂ ਡਰੈਸ ਮੇਕਿੰਗ ਦੀ ਕਲਾਸਿਸ ਹੈ, ਉਹਨਾਂ ਦੇ ਵਿੱਚ ਆਪਣਾ ਲੈਸਨ ਦਿਆ ਕਰੋ ਕਿ ਮੈਮ ਅੱਜ ਆਹ ਵਾਲਾ ਲੈਸਨ ਮੈਂ ਦੇਣਾ ਹੈ, ਆਪਣੇ ਉਸ ਇੰਸਟ੍ਰਕਟਰ ਨਾਲ ਕੋਆਰਡੀਨੇਸ਼ਨ ਕਰਿਆ ਕਰੋ। ਉਹਦੇ ਨਾਲ ਕੀ ਹੁੰਦਾ ਹੈ ਸਾਡੀ ਜੋ ਹੈਜ਼ੀਟੇਸ਼ਨ ਹੈ ਨਾ ਉਹ ਖਤਮ ਹੋ ਜਾਂਦੀ ਹੈ। ਇਹ ਮੇਰਾ ਇੱਕ ਥੋੜਾ ਸੁਝਾਅ ਹੈ। ਵੈਸੇ ਮੈਨੂੰ ਉਮੀਦ ਹੈ ਕਿ ਸਾਡੇ ITS ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ, ਕਿਉਂਕਿ ਜਿਨ੍ਹਾਂ ਦੇ ਵਿੱਚ ਮੈਂ ਕੰਮ ਕੀਤਾ ਉਹਨਾਂ 'ਚ ਤਾਂ ਹੁੰਦਾ ਹੈ, ਮੈਨੂੰ ਉਮੀਦ ਹੈ ਬਾਕੀਆਂ 'ਚ ਵੀ ਇਸੇ ਤਰ੍ਹਾਂ ਹੀ ਹੁੰਦਾ ਹੋਏਗਾ। ਅਗਰ ਕਈ ਬੱਚੇ ਹੈਜ਼ੀਟੇਸ਼ਨ ਫੀਲ ਕਰਦੇ ਆ ਕਿ ਨਹੀਂ ਅਸੀਂ ਇੰਸਟ੍ਰਕਟਰਸ ਨਾਲ ਜਾ ਕੇ ਕਿਵੇਂ ਗੱਲ ਕਰਾਂਗੇ, ਸਾਨੂੰ ਪ੍ਰੈਕਟਿਸ ਕਿਵੇਂ ਹੋਏਗੀ, ਬੇਟਾ ਤੁਹਾਨੂੰ ਗੱਲ ਕਰਨੀ ਪਏਗੀ। ਤੁਸੀਂ ਭਵਿੱਖ ਦੇ ਇੱਕ ਅੱਛੇ ਇੰਸਟ੍ਰਕਟਰਸ ਬਣਨਾ ਹੈ ਤਾਂ ਤੁਹਾਨੂੰ ਉਹਦੇ ਲਈ ਅੱਗੇ ਆਉਣਾ ਪਏਗਾ, ਤੁਹਾਨੂੰ ਆਪਣੀ ਬੋਲਚਾਲ, ਆਪਣੀ ਬੋਡੀ ਲੈਂਗੁਏਜ ਦੇ ਵਿੱਚ ਫਰਕ ਕਰਨਾ ਪਏਗਾ। ਸਾਨੂੰ ਹਰ ਇੱਕ ਚੀਜ਼ ਨੂੰ ਆਪਣੇ ਫੈਮਿਲੀ ਨਾਲ ਜਾਂ ਦਿਲ ਦੇ ਨਾਲ ਨਹੀਂ ਸੋਚਣਾ ਪੈਂਦਾ, ਦਿਮਾਗ ਨਾਲ ਵੀ ਸੋਚਣਾ ਪੈਂਦਾ ਹੈ, ਤਦ ਹੀ ਅਸੀਂ ਲਾਈਫ ਦੇ ਵਿੱਚ ਸਕਸੈਸਫੁਲ ਹੁੰਦੇ ਆ। ਕਿਉਂਕਿ ਦਿਲ ਔਰ ਦਿਮਾਗ ਨੂੰ ਡਿਫਰੈਂਟ ਰੱਖਣਾ ਪਏਗਾ ਤੁਹਾਨੂੰ ਆਪਣੇ ਟੀਚਿੰਗ ਲੈਂਗੁਏਜ ਉਹਦੇ ਵਿੱਚ ਬੇਸਿਸ ਦੇ ਵਿੱਚ। ਤੇ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਦੱਸਿਆ ਕਿ ਪਹਿਲਾਂ ਦੱਸ ਚੁੱਕੀ ਹਾਂ ਕਿ ਕਲਾਸ ਦਾ ਕਿਵੇਂ ਤੁਸੀਂ ਵਧਾਉਣਾ ਹੈ, ਸਿੱਖਣ ਦਾ ਨਿਦਾਨ ਕਿਵੇਂ ਕਰਨਾ ਹੈ, ਸਿੱਖਣ ਦੀਆਂ ਯੋਗਤਾ ਕਿਸ ਤਰ੍ਹਾਂ ਹੁੰਦੀਆਂ ਨੇ, ਬੱਚਿਆਂ ਦੀ ਦਿਲਚਸਪੀ ਤੇ ਰਵੱਈਆ ਬਾਰੇ ਦੱਸੋ, ਉਹਨਾਂ ਦੇ ਅਕੈਡਮਿਕ ਯਾਨੀ ਕਿ ਉਹਨਾਂ ਦੀ ਪੜ੍ਹਾਈ ਲਿਖਾਈ ਕਿੰਨੀ ਹੈ, ਕਿੰਨੀ ਕਲਾਸਾਂ ਪਾਸ ਪਹਿਲਾਂ ਕੀਤੀਆਂ ਨੇ, ਪਿਛੋਕੜ ਜਿੰਨਾ ਕਿੰਨੇ ਹੈ, ਪ੍ਰਾਪਤੀ ਅਤੇ ਕਿਰਿਆ ਤੇ ਪ੍ਰਤੀਕਰਮ ਮਤਲਬ ਪ੍ਰਤੀਕਿਰਿਆ, ਯਾਨੀ ਕਿ ਬੱਚੇ ਕਿਸ ਤਰ੍ਹਾਂ ਦਾ ਰਿਐਕਟ ਕਰਦੇ ਨੇ, ਦਿਖਾਵਾ ਤਾਂ ਨਹੀਂ ਕਰ ਰਹੇ, ਉਹਨਾਂ ਦਾ ਜਵਾਬ ਕਿਸ ਤਰ੍ਹਾਂ ਰਿਸਪੌਂਡ ਕਿਵੇਂ ਕਰ ਰਹੇ ਨੇ, ਇਸ ਤਰ੍ਹਾਂ ਦੇ ਅਧਿਆਪਕਾਂ ਦੀਆਂ ਜਿਹੜੀਆਂ ਕੁਆਲਿਟੀਜ਼ ਹੈ ਉਸ ਨੂੰ ਆਉਣਾ ਚਾਹੀਦਾ ਹੈ। ਅਧਿਆਪਕ ਦੇ ਵੱਖ-ਵੱਖ ਕਿਸਮਾਂ ਦੇ ਵਿਦਿਆਰਥੀ ਨੂੰ ਜ਼ੁਬਾਨੀ ਉਤਸ਼ਾਹ ਪ੍ਰਦਾਨ ਕਰਦਾ ਹੈ, ਯਾਨੀ ਕਿ ਤੁਸੀਂ ਦੇਖਿਆ ਹੋਏਗਾ ਆਪਣੀ ਕਲਾਸਿਸ ਦੇ ਵਿੱਚ ਵੀ ਕਿ ਜੋ ਤੁਹਾਡੇ ਇੰਸਟ੍ਰਕਟਰ ਸਾਹਿਬਾਨ ਤੁਹਾਨੂੰ ਪੜ੍ਹਾਉਂਦੇ ਨੇ ਤੇ ਤੁਹਾਨੂੰ ਕਈ ਵਾਰ ਪ੍ਰੋਤਸਾਹਿਤ ਕਰਦੇ ਨੇ, ਕਈ ਵਾਰ ਸ਼ਾਬਾਸ਼ ਦਿੰਦੇ ਨੇ, ਕਈ ਵਾਰ ਕਹਿੰਦੇ ਵਾਓ ਵੈਰੀ ਗੁੱਡ, ਬਹੁਤ ਵਧੀਆ ਕੀਤਾ ਹੈ ਨਾ, ਤੁਹਾਨੂੰ ਅੱਛੀ ਤੇ ਲੱਗਦਾ ਹੈ। ਕਈ ਵਾਰ ਕਈ ਇੰਸਟ੍ਰਕਟਰ ਸਾਹਿਬਾਨ ਕਹਿੰਦੇ ਚਲੋ ਅੱਜ ਆਹ ਚਾਕਲੇਟ ਤੁਹਾਡੇ ਵਾਸਤੇ ਦੇਤੀ ਹੈ, ਯਾਨੀ ਕਿ ਬੱਚਿਆਂ ਲਈ ਉਹ ਬਹੁਤ ਵੱਡੀ ਐਪਰੀਸ਼ੀਏਸ਼ਨ ਵਾਲੀ ਗੱਲ ਹੁੰਦੀ ਹੈ ਕਿ ਤੁਸੀਂ ਆਪਣੀ ਕਲਾਸ ਨੂੰ ਕਿਸ ਤਰ੍ਹਾਂ ਉਸਨੂੰ ਮੋਡੀਫਾਈ ਕਰਨਾ ਹੈ। ਕਈ ਚਲੋ ਅੱਜ ਤਾਂ ਠੀਕ ਹੈ, ਅੱਜ ਲੰਚ ਟਾਈਮ 'ਚ ਅੱਜ ਮੈਂ ਤੁਹਾਨੂੰ ਕੁਝ ਖਿਲਾਵਾਂਗੀ, ਅੱਜ ਤੁਸੀਂ ਬਹੁਤ ਵਧੀਆ ਕੰਮ ਕੀਤੇ ਨੇ, ਇਹ ਤੁਹਾਡੀ ਇੱਛਾ ਹੈ ਕਿ ਤੁਸੀਂ ਬੱਚਿਆਂ ਨੂੰ ਕਿਵੇਂ ਐਪਰੀਸ਼ੀਏਟ ਕਰਨਾ ਹੈ, ਤੁਸੀਂ ਕਿਵੇਂ ਬੱਚਿਆਂ ਨੂੰ ਕੰਮ ਕਰਵਾਉਣਾ ਹੈ, ਬੱਚਿਆਂ ਨੂੰ ਕੁਐਸਚਨ ਆਨਸਰ ਪੁੱਛਣੇ ਹੈ, ਬੱਚਿਆਂ ਨੂੰ ਕਿਵੇਂ ਮੋਟੀਵੇਟ ਕਰਨਾ ਹੈ, ਤੁਹਾਨੂੰ ਮੋਟੀਵੇਟ ਕਰਨਾ ਆਉਣਾ ਚਾਹੀਦਾ ਹੈ ਬੱਚਿਆਂ ਨੂੰ, ਠੀਕ ਹੈ। ਤੁਸੀਂ ਅੱਛੇ ਤਰੀਕੇ ਨਾਲ ਅਗਰ ਕਲਾਸ 'ਚ ਬੈਠਦੇ ਹੋ, ਅੱਛੇ ਤਰੀਕੇ ਨਾਲ ਤੁਸੀਂ ਕਰਦੇ ਹੋ ਤਾਂ ਤੁਹਾਡੇ 'ਚ ਇੰਸਟ੍ਰਕਟਰਸ ਵਾਲੇ ਗੁਣ ਆਉਣੇ। ਤੁਸੀਂ ਇਹ ਨਹੀਂ ਸੋਚਣਾ ਹੈ ਕਿ TTC ਦੇ ਬੱਚੇ ਖਾਸ ਕਰਕੇ ਕਿ ਅਸੀਂ ਸਟੂਡੈਂਟ ਹਾਂ, ਅਸੀਂ ਉਰੇ ਪੜ੍ਹਨ ਆ ਰਹੇ ਹਾਂ, ਨਹੀਂ, ਤੁਸੀਂ ਇਹ ਸੋਚਣਾ ਹੈ ਕਿ ਅਸੀਂ ਆਉਣ ਵਾਲੇ ਜੋ ਫਿਊਚਰ 'ਚ
ਅਸੀਂ ਇੱਕ ਅੱਛੇ ਇੰਸਟ੍ਰਕਟਰ ਬਣਨਾ ਹੈ, ਅਸੀਂ ਇੱਕ ਵਧੀਆ ਇੰਸਟ੍ਰਕਟਰ ਬਣਨਾ ਹੈ, ਅਸੀਂ ਆਪਣੀ ਕਲਾਸ ਨੂੰ ਜੋ ਅਸੀਂ ਸ਼ਾਇਦ ਸਾਡੇ 'ਚ ਵੀ ਬਹੁਤ ਕਮੀਆਂ ਹੋਣਗੀਆਂ ਤੇ ਉਸੇ ਉਹ ਕਮੀਆਂ ਨੂੰ ਅਸੀਂ ਅੱਗੇ ਨਹੀਂ ਲੈ ਕੇ ਜਾਣਾ, ਉਹਨੂੰ ਛੱਡ ਦੇਣਾ ਹੈਗਾ। ਅਸੀਂ ਜੋ ਪਿਛੋਕੜ ਅਸੀਂ ਇਸ ਤਰ੍ਹਾਂ ਨਹੀਂ ਪੜ੍ਹਾ ਸਕਦੇ ਕਿ ਹਾਂ ਜੋ ਮੈਂ 20-30 ਸਾਲ ਪਹਿਲਾਂ ਪੜ੍ਹਿਆ ਸੀ ਮੈਂ ਉਹਨੂੰ ਅੱਜ ਉਸੇ ਤਰ੍ਹਾਂ ਇੰਪਲੀਮੈਂਟ ਕਰਾਂ। ਨਹੀਂ, ਟੈਕਨੋਲੋਜੀ ਐਡਵਾਂਸ ਚੇਂਜ ਹੋ ਰਹੀ ਹੈ, ਬਹੁਤ ਅੱਗੇ ਅੱਗੇ ਅੱਛੀਆਂ ਟੈਕਨੀਕਸ ਆ ਰਹੀਆਂ ਨੇ ਪੜ੍ਹਾਉਣ ਦੀਆਂ। ਤੁਸੀਂ ਦੇਖੋ ਕਿ ਨਿੰਮੀ ਵਾਲਾ ਪਲੇਟਫਾਰਮ ਆਇਆ ਇਸ ਲੋਕਡਾਊਨ ਦੇ ਵਿੱਚ, ਸਾਨੂੰ ਇਹ ਅਸੀਂ ਸਿੱਖਿਆ, ਇਹ ਅਸੀਂ ਪਹਿਲਾਂ ਆਨਲਾਈਨ ਨਹੀਂ ਸੀ ਪੜ੍ਹਾਉਂਦੇ, ਲੇਕਿਨ ਅਸੀਂ ਇਹ ਸਿੱਖਿਆ। ਤੇ ਜੇ ਅਸੀਂ ਚੇਂਜ ਨਾ ਹੁੰਦੇ ਤਾਂ ਅਸੀਂ ਕਿਸ ਤਰ੍ਹਾਂ ਪੜ੍ਹਾਉਂਦੇ, ਫਿਰ ਬੱਚਿਆਂ ਦਾ ਬਹੁਤ ਨੁਕਸਾਨ ਹੋ ਜਾਂਦਾ ਉਹਦੇ ਨਾਲ। ਤੇ ਇਸ ਤਰ੍ਹਾਂ ਹਰ ਇੰਸਟ੍ਰਕਟਰ ਨੂੰ ਤੁਸੀਂ ਆਉਣ ਵਾਲੇ ਹੋ, ਦੇਖੋ ਅੱਜ ਕੱਲ ਤਾਂ ਬਹੁਤ ਅੱਛੀਆਂ ਫੈਸਿਲਿਟੀਜ਼ ਹੈ, ਨੈਟ ਦੀ ਬਹੁਤ ਅੱਛੀ ਫੈਸਿਲਿਟੀ ਹੈ, ਗੂਗਲ ਤੇ ਹਰ ਇੱਕ ਚੀਜ਼ ਅੱਛੀ ਤਰ੍ਹਾਂ ਮਿਲਦੀ ਹੈ, YouTube ਤੇ ਤੁਸੀਂ ਕਾਫੀ ਚੀਜ਼ਾਂ ਫਾਈਂਡ ਆਊਟ ਕਰ ਸਕਦੇ ਹੋ, ਕਾਫੀ ਚੀਜ਼ਾਂ ਨੂੰ ਆਪਣੇ ਲਿੰਕ 'ਚ ਲੈ ਕੇ ਆ ਸਕਦੇ ਹੋ। ਇਸ ਤਰ੍ਹਾਂ ਕਰਨ ਦੇ ਨਾਲ ਤੁਹਾਨੂੰ ਯਾਨੀ ਕਿ ਅੱਜ ਕੱਲ ਬੱਚੇ ਬਹੁਤ ਹੀ ਐਡਵਾਂਸ ਹੋ ਰਹੇ ਨੇ, है ना। मैं चाहती हूँ कि जो अच्छे इंस्ट्रक्टर बनना, अच्छे बच्चे जो, क्योंकि जो कटिंग के बच्चे साढ़े को जुड़े हैं सिविंग टेक्नोलॉजी के हैं, या एफडी के बच्चे जुड़े हैं, या डीएम के ड्रेस मेकिंग के बच्चे साढ़े नाल जुड़े हैं, उन्होंने भी इंस्ट्रक्टर बनना है, उन्होंने भी टीचर ट्रेनिंग करनी है। क्योंकि अगर वो लैसन अच्छी तरह सुन लेंगे ने तो उन्होंने जो उन्होंने इंस्ट्रक्टर सेवान उदों पढ़ाएंगे, क्योंकि कोरोना तो सदा नहीं रहेगा, ਉਦੋਂ ਪੜ੍ਹਾਉਣਗੇ ਤਾਂ ਉਹਨਾਂ ਨੂੰ ਰਿਅਲਾਈਜ਼ ਕਰਨਗੇ ਕਿ ਹਾਂ ਅਸੀਂ ਇਹ ਟੌਪਿਕ, ਉਹਨਾਂ ਦੇ ਬਹੁਤ ਜਲਦੀ ਅਬਜ਼ਰਵ ਕਰ ਲੈਣਗੇ, ਉਹਨਾਂ ਦੀ ਅਬਜ਼ਰਵਿੰਗ ਪਾਵਰ ਡਬਲ ਹੋ ਜਾਏਗੀ ਉਸ ਟਾਈਮ। ਤਦ ਹੀ ਅਸੀਂ ਉਹਨਾਂ ਬੱਚਿਆਂ ਨੂੰ ਵੀ ਨਾਲ ਜੋੜਦੇ ਹਾਂ ਕਿ ਉਹ ਬੱਚੇ ਆਪਣੀ ਕਲਾਸ ਦੇ ਵਿੱਚ ਅੱਛੇ ਸਟੂਡੈਂਟਸ ਬਣਨ ਪਹਿਲਾਂ ਤਾਂ, ਫਿਰ ਜਦੋਂ ਉਹ ਟੀਚਰ ਟ੍ਰੇਨਿੰਗ ਕਰਨਗੇ ਤੇ ਅੱਛੇ ਇੰਸਟ੍ਰਕਟਰਸ ਬਣਨ। ਇਹ ਸਾਡੀ ਇੱਕ ਪਹਿਲ ਹੈ, ਪਹਿਲ ਕਦਮੀ ਹੈ, ਅਸੀਂ ਕੋਸ਼ਿਸ਼ ਹੈ ਸਾਡੀ, ਅਸੀਂ ਜਾਰੀ ਹੈ। ਤੇ ਅਸੀਂ ਆਪਣੀ ਕੋਸ਼ਿਸ਼ ਕਿੰਨੇ ਸਫਲ ਹੁੰਦੇ ਆ ਇਹ ਤਾਂ ਤੁਸੀਂ ਹੀ ਦੱਸ ਸਕਦੇ ਹੋ। ਤੇ ਅਗਲਾ ਹੈ ਪੋਸਟ ਐਕਟਿਵ ਫੇਸਿਸ ਆਫ ਟੀਚਿੰਗ। In this phases of the teaching task, sums up and the teacher asks the questions, question from the pupils से इसे विद्यार्थियों ਨੂੰ ਕਿਹਾ ਗਿਆ ਹੈ ਕਿ ਟੀਚਰ ਆਪਣੇ ਬੱਚਿਆਂ ਤੋਂ ਕੁਐਸਚਨਸ ਵੀ ਪੁੱਛ ਸਕਦਾ ਹੈ। ਵੇਰੀਏਬਲਸ ਔਰ ਰਿਟਨ ਫਾਰਮ, ਉਹ ਕਿਸੇ ਵੀ ਤਰੀਕੇ ਨਾਲ ਹੋ ਸਕਦਾ। ਰਿਟਨ ਫਾਰਮ ਚ ਕਈ ਵਾਰ ਤੁਹਾਨੂੰ ਕਹਿੰਦੇ ਨੇ ਚਲੋ ਅੱਜ ਤੁਸੀਂ ਟੈਸਟ ਦਵੋ, ਕਈ ਵਾਰ ਓਰਲ ਟੈਸਟ ਹੁੰਦਾ ਹੈ ਕਿ ਮੂੰਹ ਜ਼ਬਾਨੀ ਵੀ ਬੋਲਿਆ ਜਾਂਦਾ ਕਿ ਹਾਂ ਤੁਸੀਂ ਕਿਸ ਤਰ੍ਹਾਂ ਦਾ ਮੂੰਹ ਜ਼ਬਾਨੀ ਬੋਲ ਕੇ ਦੱਸੋ, ਠੀਕ ਹੈ। To measure and the behavior of the pupils of at there, यानी कि जो विद्यार्थी है, pupils मतलब विद्यार्थी, ਉਹਦਾ behavior ਵੀ ਤੁਹਾਨੂੰ ਦੱਸਦਾ ਹੈ। ਮੈਂ ਨਾ ਤੁਹਾਨੂੰ ਜਿਹੜਾ ਕੱਲ ਲੈਸਨ ਹੈ ਉਹਦੇ ਵਿੱਚ ਤੁਹਾਨੂੰ ਦੱਸਾਂਗੀ ਕਿ ਵਿਦਿਆਰਥੀ ਦੇ ਤੁਸੀਂ ਕਿਸ ਹਿਸਾਬ ਦੇ ਨਾਲ ਨੰਬਰ ਕਾਊਂਟ ਕਰ ਸਕਦੇ ਹੋ, ਉਹਦੇ ਬਿਹੇਵੀਅਰ ਦੇ ਵੀ ਨੰਬਰ ਹੈਗੇ ਆ। ਤੇ ਇਹੀ ਕੋਈ ਅਸੀਂ ਜੋ ਵੀ ਉਰੇ ਪੜ੍ਹਾਉਂਦੇ ਆ ਉਹਦਾ ਤੱਤ ਹੈ, ਉਹ ਡੀਜੀਟੀ ਵੱਲੋਂ ਅਪਰੂਵਡ ਹੁੰਦਾ ਉਹ ਚੀਜ਼ਾਂ, ਤੇ ਤभी ਅਸੀਂ ਉਰੇ ਤੁਹਾਨੂੰ ਦੱਸਦੇ ਹਾਂ। ਕਿਉਂਕਿ ਅਸੀਂ ਨਹੀਂ ਚਾਹੁੰਦੇ ਅਸੀਂ ਬੱਚਿਆਂ ਨੂੰ 1% ਕੁਝ ਗਲਤ ਦੱਸੀਏ ਜਾਂ ਬੱਚੇ ਕੁਝ ਗਲਤ ਅਬਜ਼ਰਵ ਕਰ ਲੈਣ। ਬੱਚਿਆਂ ਨੇ ਆਉਣ ਵਾਲੇ ਭਵਿੱਖ ਦੇ ਸਾਡੇ ਇੱਕ ਬਹੁਤ ਹੀ ਵਧੀਆ, ਚਾਹੇ ਤੁਸੀਂ ਇੰਡਸਟਰੀ ਰਨ ਕਰਨੀ ਹੋਵੇ ਤੇ ਚਾਹੇ ਤੁਸੀਂ ਅੱਛੇ ਇੰਸਟ੍ਰਕਟਰਸ ਬਣਨਾ ਹੋਵੇ, ਤੇ ਸੋਸਾਇਟੀ ਦੇ ਇੱਕ ਬਹੁਤ ਅਹਿਮ ਰੋਲ ਹੈ ਬੀਇੰਗ ਏ ਲੇਡੀ ਤੁਹਾਡਾ। ਕਿਉਂਕਿ ਤੁਸੀਂ ਘਰ ਦੇ ਵਿੱਚ ਵੀ ਤੁਹਾਡੀ ਮਾਸਟਰੀ ਹੋਣੀ ਚਾਹੀਦੀ ਹੈ, ਉੱਥੇ ਵੀ ਤੁਹਾਡੀ ਪੀਓਟੀ ਹੀ ਚੱਲੇਗੀ। घर च भी अगर तुम करते हो उत्थे भी थोड़ी पीओटी चलेगी। मेरा थोड़ा हट गया है सब्जेक्ट, सॉरी। अचीवमेंट मे बी इन्वॉल्व करैक्टली, यानी कि जो बच्चे की अचीवमेंट है उसकी वैल्यूएशन सही होनी चाहिए है। डिफाइनिंग ऑफ द एक्सेप्टेड डेमिनेशंस of the changes are the excused by teaching, ठीक है। Selecting appropriate and the testing device of the technique, changing and the strategy in term and the evidence the gathers, यानी कि सारी चीज़ां कुल मिला के ਤੁਹਾਡੇ ਕੋਲ ਅੱਛੀਆਂ ਹੋਣੀਆਂ ਚਾਹੀਦੀਆਂ ਨੇ। ਤੁਹਾਨੂੰ ਪਤਾ ਹੋਣਾ ਚਾਹੀਦਾ ਉਹਦੀ ਕਾਰਜਸ਼ੀਲ ਕਿਸ ਤਰ੍ਹਾਂ ਦੀ ਹੈ, ਕਿਸ ਤਰ੍ਹਾਂ ਦੇ ਤੁਸੀਂ ਪ੍ਰਸ਼ਨ ਪੁੱਛ ਸਕਦੇ ਹੋ, ਕਿਸ ਤਰ੍ਹਾਂ ਦਾ ਉਹਦਾ ਮੁਲਾਂਕਣ ਕਰ ਸਕਦੇ ਹੋ। ਮੁਲਾਂਕਣ ਦਾ ਮਤਲਬ ਹੈ ਉਹਦੀ ਵੈਲਿਊਏਟ ਕਰਨਾ, ਹੈ ਨਾ। ਤੇ ਕਈ ਵਾਰ ਪੰਜਾਬੀ 'ਚ ਕੁਝ ਸ਼ਬਦ ਇੰਨੇ ਟਿਪੀਕਲ ਆ ਜਾਂਦੇ ਨੇ ਕਿ ਅਸੀਂ ਉਹ ਨਹੀਂ ਯੂਜ਼ ਕਰਦੇ, ਲੇਕਿਨ ਉਹਨਾਂ ਦਾ ਅਰਥ ਸਾਨੂੰ ਪਤਾ ਹੋਣਾ ਚਾਹੀਦਾ। ਅਗਰ ਤੁਸੀਂ ਇਹਨਾਂ ਦੋਨਾਂ ਹੀ ਪੇजेस ਨੂੰ ਟੈਲੀ ਕਰੋਗੇ, ਜਦੋਂ ਜਿਹੜੇ ਬੱਚੇ ਸਕਰੀਨਸ਼ਾਟ ਲੈ ਰਹੇ ਹੋਣਗੇ ਤਾਂ ਉਹਨਾਂ ਨੂੰ ਇਸ ਬਾਰੇ ਅੱਛੀ ਤਰ੍ਹਾਂ ਸਮਝ ਆ ਜਾਏਗੀ, ਠੀਕ ਹੈ। ਫਿਰ ਟੀਚਿੰਗ ਮੈਥਡ ਤੁਹਾਡਾ ਕਿਵੇਂ ਦਾ ਹੋਣਾ ਚਾਹੀਦਾ ਹੈ। इंट्रोडक्शन है द टीचिंग इज एन इम्पोर्टेंट पार्ट ऑफ द प्रोसेस ऑफ एजुकेशन।
ਹਰ ਇੱਕ ਚੀਜ਼ ਦਾ ਨਾ ਮੈਥਡ ਹੈ। ਜਿਸ ਤਰ੍ਹਾਂ ਫੇਸਿਸ ਮੈਂ ਤੁਹਾਨੂੰ ਦੱਸਿਆ ਨਾ ਕਿ ਤੁਹਾਡੇ ਪਹਿਲਾਂ ਸਟੇजेस ਸੀਗੇ, ਫਿਰ ਫੇਸਿਸ ਸੀਗੇ, ਫਿਰ ਉਹ ਤੁਹਾਡਾ ਮੈਥਡ ਹੈ। ਯਾਨੀ ਕਿ ਤੁਹਾਨੂੰ ਹਮੇਸ਼ਾ ਪਤਾ ਹੋਣਾ ਚਾਹੀਦਾ ਕਿ ਤੁਸੀਂ ਉਸ ਨੂੰ ਕਿਵੇਂ ਪ੍ਰੋਸੈਸ 'ਚ ਲੈ ਕੇ ਆਉਣਾ ਹੈ। ਟੀਚਿੰਗ ਇਜ਼ ਦਾ ਐਨ ਇੰਪੋਰਟੈਂਟ part of the process of education. It is the special function of the impart, acknowledge, develop understanding and the skill. क्योंकि ਜਦੋਂ ਅਸੀਂ ਇੱਕ ਅੱਛੇ ਇੰਸਟ੍ਰਕਟਰ ਬਣਦੇ ਹਾਂ ਤਾਂ ਸਾਡੇ ਕੋਲ ਸਕਿੱਲ ਦਾ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਸਕਿੱਲ ਦਾ ਕਰਦੇ ਹਾਂ ਹਰ ਇੱਕ ਚੀਜ਼ ਬਾਰੇ ਤੁਹਾਨੂੰ ਅੱਛੀ ਤਰ੍ਹਾਂ ਨੌਲੇਜ ਹੋਣੀ ਚਾਹੀਦੀ ਹੈ। ਟੀਚਿੰਗ ਇਜ਼ ਦਾ ਯੂਜ਼ਲੀ associate with reading, writing and arithmetic imparting and the knowledge of the ITI syllabus। यानी कि जो ਤੁਹਾਡਾ ਸਿਲੇਬਸ ਹੈ ਆਈਡੀਆ ਦੇ ਨਾਲ, ਕਿਉਂਕਿ ਤੁਸੀਂ ਇੰਸਟ੍ਰਕਟਰਸ ਹੋ, ਤੁਸੀਂ ਆਈਡੀਆ ਨਾਲ ਰਿਲੇਟਡ ਹੋਗੇ। ਜੇ ਤੁਸੀਂ ਐਜੂਕੇਸ਼ਨ 'ਚ ਤੁਹਾਡੀ ਸਿਲੈਕਸ਼ਨ ਹੋ ਜਾਂਦੀ ਹੈ ਤਾਂ ਤੁਸੀਂ ਐਜੂਕੇਸ਼ਨ ਦੇ ਵਿੱਚ ਉਸ ਦੇ ਅਕੋਰਡਿੰਗ ਸਿਲੇਬਸ ਦੇ ਵਿੱਚ, ਯਾਨੀ ਕਿ ਤੁਸੀਂ ਉਸਨੂੰ ਕਿਸ ਤਰ੍ਹਾਂ ਰੀਡਿੰਗ ਕਰ ਸਕਦੇ ਹੋ ਰਾਈਟਿੰਗ ਨਾਲ ਜਾਂ ਉਸਦੀ ਰਾਈਟਿੰਗ ਨਾਲ ਤੁਸੀਂ ਕਰ ਸਕਦੇ ਹੋ। ਤਾਂ ਇਸ ਤਰ੍ਹਾਂ ਤੁਹਾਨੂੰ ਕਰਨਾ ਪਏਗਾ। ਇਸ ਤਰ੍ਹਾਂ ਨਹੀਂ ਹੋਏਗਾ ਕਿ ਤੁਸੀਂ ਉਸ ਨੂੰ ਅੱਛੇ ਤਰੀਕੇ ਨਾਲ ਨਹੀਂ ਕਰ ਪਾਓਗੇ। ਠੀਕ। सॉरी मैं पेज मूव नहीं हो रहा, 2 मिनट। इंट्रोडक्शन मैं ਤੁਹਾਨੂੰ ਦੇ ਰਹੀ ਸੀਗੀ ਕਿ ਆਪਾਂ ਉਹਨੂੰ ਕਿਵੇਂ ਇੰਟਰੋਡਕਸ਼ਨ ਦੇ ਸਕਦੇ ਹਾਂ। ਠੀਕ ਹੈ। ਤੇ ਇਸ ਟੀਚਿੰਗ ਮੈਥਡ ਦੀ ਵੀ ਡੈਫੀਨੇਸ਼ਨਸ ਹੈਗੀਆਂ ਨੇ। ਪਹਿਲਾਂ ਮੈਂ ਤੁਹਾਨੂੰ ਜਾਣ ਪਛਾਣ ਕਰਵਾਈ ਉਹਦੇ ਨਾਲ। The definition है the group discussion defined as the process of the reading and the counter relations, जो कि ਤੁਸੀਂ ਉਹਦੇ group discussions ਵੀ ਕਰ ਸਕਦੇ ਹੋ, counter relations ਵੀ ਉਹਦੇ ਬਣਾ ਸਕਦੇ ਹੋ। ਤੇ between the two or more than person, यानी कि दो ਬੱਚਿਆਂ ਦਾ ਗਰੁੱਪ ਬਣਾ ਸਕਦੇ, ਦੋ ਤੋਂ ਜ਼ਿਆਦਾ ਦਾ ਵੀ ਬਣਾ ਸਕਦੇ। ਦੋ ਬੱਚਿਆਂ ਦੇ ਕਈ ਵਾਰ ਕਹਿੰਦੇ ਨੇ ਦੋ ਬੱਚੇ ਇਕੱਠੇ ਬੈਠ ਕੇ ਪੜੋ ਤੁਸੀਂ, ਹੁਣ ਆਪਣਾ 4 ਦਾ ਗਰੁੱਪ ਬਣਾ ਲਓ, 6 ਦਾ। ਅਸੀਂ ਕਲਾਸ ਨੂੰ ਆਪਣੀ ਵੰਡ ਸਕਦੇ ਹਾਂ ਕਿ ਅਸੀਂ ਉਸਨੂੰ ਕਿਸ ਤਰ੍ਹਾਂ ਦੀ ਡਿਸਕਸ਼ਨ ਕਰ ਸਕਦੇ ਹਾਂ। ਠੀਕ ਹੈ। ਕਾਮਨ ਸਬਜੈਕਟ, ਕਿਉਂਕਿ ਅਸੀਂ ਉਹਨਾਂ ਨੂੰ ਕਾਮਨ ਇੱਕ ਸਬਜੈਕਟ ਦੇਵਾਂਗੇ, ਦੋਹਾਂ ਨੂੰ ਵੱਖਰਾ ਵੱਖਰਾ ਤਾਂ ਦੇਵਾਂਗੇ ਨਹੀਂ। ਉਸ ਟਾਈਮ 'ਚ ਇੱਕ ਸਬਜੈਕਟ ਦੇਵਾਂਗੇ ਔਰ ਉਹਨਾਂ ਨੂੰ ਉੱਤੇ ਡਿਸਕਸ਼ਨ ਕਰਨ ਦੀ ਬਾਰੇ ਦੱਸਾਂਗੇ ਕਿ ਕਿਸ ਤਰ੍ਹਾਂ ਦਾ ਉਹਨਾਂ ਨੇ ਡਿਸਕਸ ਕਰ ਸਕਦੇ ਹਨ। ਉਹਨੇ ਸਮੂਹ ਵਿਚਾਰ ਵਟਾਂਦਰੇ ਦਾ ਖਾਸ ਸਿੱਟਾ ਜਾਂ ਨਤੀਜੇ ਪ੍ਰਾਪਤ ਕਰਨ ਦੇ ਉਦੇਸ਼ ਲਈ ਸਾਂਝੇ ਵਿਸ਼ੇ ਦੇ ਉੱਤੇ ਦੋ ਜਾਂ ਦੋ ਤੋਂ ਵੱਧ ਵਿਅਕਤੀਆਂ ਦੇ ਵਿਚਾਰ ਪਹੁੰਚਾਉਣ ਦੀ ਪ੍ਰਤੀਕਿਰਿਆ ਵਜੋਂ ਪ੍ਰਭਾਸ਼ਿਤ ਕੀਤਾ ਜਾ ਸਕਦਾ ਹੈ। ਤੇ ਇਹ ਇੱਕ ਟੀਚਿੰਗ ਦਾ ਦੀ ਡੈਫੀਨੇਸ਼ਨ ਹੈ। ਇੱਕ ਦੂਸਰੀ ਹੈ ਟੀਚਿੰਗ ਦੀ ਡੈਫੀਨੇਸ਼ਨ, ਟੀਚਿੰਗ ਇਜ਼ ਦਾ ਮੈਥਡ ਆਫ ਦਾ stimulations, the guidance and the directions and the encouragement of learning। ਤੁਸੀਂ encouragement of learning ਵੀ ਹੈ ਇਸ ਦਾ ਪ੍ਰੋਸੈਸ, ਤਾਂ ਤੁਸੀਂ ਉਸ ਉੱਥੇ ਵੀ ਕਰ ਸਕਦੇ ਹੋ। ਠੀਕ ਹੈ। ਸਿਖਾਉਣ ਦੇ ਤਰੀਕੇ ਤੇ ਉਤੇਜਨਾ, ਸੇਧ, ਦਿਸ਼ਾ ਜਾਂ ਉਤਸ਼ਾਹ ਦੇਣਾ ਹੈ ਇਸ ਦੀ ਪਰਿਭਾਸ਼ਾ, ਯਾਨੀ ਕਿ ਪੰਜਾਬੀ ਵਿੱਚ ਇਸ ਨੂੰ ਇਸ ਤਰ੍ਹਾਂ ਕਹਿ ਸਕਦੇ ਹਾਂ। जी मैम 2 to 3 minute only left जी। टीचिंग स्टेजेस जी पास है मैम जी, 2 मिनट 2 से 3 मिनट रह गए जी। mono language of the AutoCAD, the teaching interactive procedure of the teaching, democratic the dialects of the teaching, learning control teaching, self study analysis and the fair teaching। यानी कि self study ਦੇ ਵਿੱਚ ਵੀ ਤੁਹਾਨੂੰ ਕਈ ਵਾਰ ਟੀਚਰ ਤੁਹਾਡੇ ਕਹਿੰਦੇ ਨੇ ਕਿ ਤੁਸੀਂ ਬੈਠ ਕੇ ਪੜੋ ਜਾਂ ਆਪਣਾ ਪੜੋ, ਜਾਂ ਕੋਈ ਪ੍ਰੋਬਲਮ ਹੈ ਤੁਸੀਂ ਮੈਨੂੰ ਦੱਸੋ, ਉਹ ਸੈਲਫ ਸਟੱਡੀ ਦੇ ਵਿੱਚ ਜਾਂ ਫੇਅਰ ਟੀਚਰ ਦੇ ਵਿੱਚ ਉਹ ਆਉਂਦਾ ਹੈ। ਗਰੁੱਪ ਕੰਟਰੋਲ ਟੀਚਿੰਗ, ਯਾਨੀ ਕਿ ਇਹਦੇ ਵਿੱਚ ਗਰੁੱਪ ਕੰਟਰੋਲ ਵੀ ਹੈ
ਡਾਇਰੈਕਸ਼ਨ ਦਾ ਓਰੀਐਂਟਡ ਦਾ ਡੈਮੋਕ੍ਰੇਟਿਵ ਟੀਚਿੰਗ, ਠੀਕ ਹੈ, ਕਲੀਨਿਕਲ ਟੀਚਿੰਗ ਮੈਥਡ। ਤੇ ਇਸ ਤਰ੍ਹਾਂ ਤੁਸੀਂ ਉਸ ਨੂੰ ਕਰ ਸਕਦੇ ਹੋ ਕਲੀਨਿਕ। ਫਿਰ ਹੈ ਟੀਚਰ ਕੰਟਰੋਲ। ਟੀਚਰ ਮੈਂ ਤੁਹਾਨੂੰ ਪਹਿਲਾਂ ਉਸ ਦੇ ਬਾਰੇ ਉਸ ਦੀ ਵੰਡ ਬਾਰੇ ਦੱਸਿਆ ਸੀਗਾ। ਹੁਣ ਤੁਹਾਨੂੰ ਦੱਸਿਆ ਕਿ ਟੀਚਰਸ ਨੇ ਆਪਣੀ ਮੋਨੋਲੈਂਗੁਏਜ ਔਰ ਆਟੋ ਕ੍ਰੀਏਟਿਵ ਟੀਚ ਕਿਵੇਂ ਕਰ ਸਕਦੇ ਹਨ। ਲੈਕਚਰ ਮੈਥਡ ਨਾਲ ਵੀ ਤੁਸੀਂ ਕਰ ਸਕਦੇ ਹੋ, ਡੈਮੋਸਟ੍ਰੇਸ਼ਨ ਮੈਥਡ ਨਾਲ ਵੀ। ਡੈਮੋਸਟ੍ਰੇਸ਼ਨ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਕੁਝ ਚੀਜ਼ ਬਣਾ ਕੇ ਲੈ ਕੇ ਆਉਂਦੇ, ਕੁਝ ਦਿਖਾਉਂਦੇ ਹੋ, ਉਹ ਡੈਮੋਸਟ੍ਰੇਸ਼ਨ ਕਹਿੰਦੇ। ਲੈਕਚਰ ਡੈਮੋਸਟ੍ਰੇਸ਼ਨ ਵੀ ਹੁੰਦੀ ਹੈ। ਲੈਕਚਰ ਡੈਮੋਸਟ੍ਰੇਸ਼ਨ ਦੇ ਵਿੱਚ ਕੀ ਹੈ, ਤੁਸੀਂ ਬੋਲ ਕੇ ਦੱਸਣਾ ਹੈ ਕਿ ਤੁਸੀਂ ਉਹਨਾਂ ਨੂੰ ਕਿਵੇਂ ਕਰ ਸਕਦੇ ਹੋ, ਥੋੜੀ ਲੈਕਚਰ ਡੈਮੋ। ਫਿਰ ਟੀਮ ਟੀਚਿੰਗ ਮੈਥਡ। ਟੀਮ ਟੀਚਿੰਗ ਮੈਥਡ ਦੇ ਵਿੱਚ ਇੱਕ ਜਾਂ ਇੱਕ ਤੋਂ ਵੱਧ ਅਧਿਆਪਕਗਣ ਜਦੋਂ ਉਸ ਟੌਪਿਕ ਦੇ ਨੂੰ ਡਿਸਕ੍ਰਾਈਬ ਕਰਦੇ ਨੇ, ਉਹ ਇੱਕ ਟੀਮ ਟੀਚਿੰਗ ਮੈਥਡ ਹੈ। ਇੰਡੀਵਿਜੂਅਲ ਇੰਸਟਰਕਸ਼ਨਸ ਹੋ ਜਾਂਦੀਆਂ ਨੇ ਕੁਝ, ਜਦੋਂ ਤੁਹਾਡੀ ਕਲਾਸ ਵਿੱਚ ਤੁਸੀਂ ਲੈਂਦੇ ਹੋ ਉਹ ਵਾਲੀ, ਠੀਕ ਹੈ। ਹਿਸਟੋਰੀਕਲ ਵੀ ਕੁਝ ਹੁੰਦੇ ਨੇ, ਕਈ ਵਾਰ ਅਸੀਂ ਬੱਚਿਆਂ ਨੂੰ ਇਤਿਹਾਸ ਦੇ ਨਾਲ ਸੰਬੰਧਿਤ ਵੀ ਅਸੀਂ ਕੁਝ ਦੱਸਦੇ ਹਾਂ। ਇੱਕ ਅੱਛਾ ਲੈਕਚਰ ਕੀ ਹੈ, ਕਿਹਦੇ ਵਿੱਚ ਹੈ, ਮੈਨੇਜ ਲੈਕਚਰ ਇਨ ਟਾਈਮ, ਯਾਨੀ ਤੁਹਾਡਾ ਲੈਕਚਰ ਇਨ ਟਾਈਮ ਤੇ ਹੋਵੇ, ਠੀਕ ਹੈ। ਅਵੋਇਡਿੰਗ ਐਨਾਲਾਈਜ਼ਿੰਗ ਆਫ ਦਾ ਮੈਨਰਸ, ਠੀਕ ਹੈ। ਟੇਲਰ ਸਪੀਚ ਆਫ ਦਾ ਰਾਈਟਿੰਗ ਹੈ। प्रिपेयरिंग यूज द बॉडी लैंग्वेज, थोड़ी अच्छी बॉडी लैंग्वेज होनी चाहिए है। किसी को ये फील नहीं होना चाहिए कि इस टीचर को या इंस्ट्रक्टर को कोई प्रॉब्लम है मेरे को। स्टूडेंट्स में इस तरह दी चीज़ों का फील नहीं होना चाहिए है ना। टॉपिक बेस्ड नीड एंड इंटरस्ट, जो थोड़ा टॉपिक है वो थोड़ी नीड उस बेस्ड होनी चाहिए है। ਇਸ ਤਰ੍ਹਾਂ ਤੁਸੀਂ ਜਦੋਂ ਆਪਣੇ ਟੀਚਰਸ ਜਦੋਂ ਵੀ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਨੂੰ ਉਹਦੇ ਬਾਰੇ, ਲੈਕਚਰਸ ਬਾਰੇ ਪਤਾ ਹੋਣਾ ਚਾਹੀਦਾ। ਤੁਹਾਡੇ ਲੈਕਚਰਸ ਮੈਥਡ ਬਾਰੇ ਤੁਹਾਨੂੰ ਉਸ ਬਾਰੇ ਜਾਣਕਾਰੀਆਂ ਹੋਣੀਆਂ ਚਾਹੀਦੀਆਂ ਨੇ। ਜਦੋਂ ਵੀ ਤੁਸੀਂ ਆਪਣੇ ਲੈਕਚਰਸ ਬਾਰੇ ਅੱਛੀ ਤਰ੍ਹਾਂ ਜਾਣਕਾਰੀ ਦਿੰਦੇ ਹੋ